ਗੁਰੂ ਜੀ ਸ਼ਲੋਕ ਮਹੱਲਾ ਪੰਜਵਾ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੈ ਭੁੱਲੀ ਤਉ ਸੱਜਣਗੀ ਮੈਂ ਕੀਮ ਨ ਪਾਉਂਦੀ, ਹੋਂ ਤੁਧ ਬਿਨ ਅੱਡ ਨ ਲਹਿੰਦੀ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੀ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾ। ਜਿਵੇਂ ਕੋਈ ਦੁਖੀ ਇਸਤਰੀ ਸਹੁਰੇ ਘਰ ਵਿੱਚ ਜਾ ਕੇ ਬਜ਼ੁਰਗ ਮਾਤਾ ਦੇ ਕੋਲ ਫਰਿਆਦ ਕਰਦੀ ਹੈ, ਇਸੇ ਪ੍ਰਕਾਰ ਜਗਿਆਸੂ ਰੂਪ ਇਸਤਰੀ ਸਖੀ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਆਤਮਿਕ ਆਨੰਦ ਰੂਪੀ ਸਹੁਰਾ ਘਰ ਹੈ, ਉਸ ਪ੍ਰਾਪਤੀ ਵਿੱਚ ਆਉਣ ਵਾਲੇ ਵਿਘਨਾਂ ਦੀ ਬਾਬਤ ਸਤਿਗੁਰਾਂ ਦੀ ਅੱਗੇ ਇੰਜ ਫਰਿਆਦ ਕਰ ਰਹੀ ਹੈ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਕੀ ਵਾਰ ਮਹੱਲਾ ਪੰਜਵਾ ਇਸ ਸਿਰਲੇਖ ਹੇਠ 13ਵਾਂ ਸ਼ਲੋਕ ਉਚਾਰ ਰਹੇ ਹਨ। ਮਿੱਤਰ ਪਿਆਰਾ ਨਾਨਕ ਜੀ। ਇਹ ਪਰਮੇਸ਼ਰ ਸਰੂਪ ਸਤਿਗੁਰੂ ਨਾਨਕ ਦੇਵ ਜੀ, ਤੂੰ ਸਾਰਿਆਂ ਦਾ ਜੀਵਨ ਰੂਪ, ਇਸ ਲੋਕ ਦਾ ਮਿੱਤਰ ਅਤੇ ਪਰਲੋਕ ਦਾ ਪਿਆਰਾ ਹੈ। ਮੈਂ ਛੱਡ ਗਵਾਇਆ, ਮੈਂ ਤੇਰੀ ਪ੍ਰਾਪਤੀ ਵਾਲੇ ਪਿਆਰ ਨੂੰ ਛੱਡ ਕੇ ਤੈਨੂੰ ਗਵਾ ਦਿੱਤਾ, ਭੁਲਾ ਦਿੱਤਾ ਹੈ, ਜਾਂ ਤੇਰੇ ਪਿਆਰ ਨੂੰ ਛੱਡ ਦਿੱਤਾ ਹੈ ਅਤੇ ਤੇਰੇ ਉਪਕਾਰਾਂ ਨੂੰ ਗਵਾ ਦਿੱਤਾ ਹੈ। ਰੰਗ ਕਸੁੰਭੈ ਭੁੱਲੀ ਅਤੇ ਕਸੁੰਭੇ ਰੰਗ ਦੀ ਤਰ੍ਹਾਂ ਮਾਇਕੀ ਪਦਾਰਥਾਂ ਦੇ ਕੱਚੇ ਆਨੰਦ ਨੂੰ ਵੇਖ ਕੇ ਮੇਰੇ ਚਿੱਤ ਦੀ ਬਿਰਤੀ ਤੈਨੂੰ ਭੁੱਲ ਗਈ ਹੈ। ਆਓ ਸੱਜਣ ਕੀ ਮੈਂ ਕੀਮ ਨਾ ਪਾਉਦੀ। ਇਹ ਸਤਿਗੁਰੂ ਤਦ ਹੀ ਸੱਜਣ ਅਕਾਲ ਪੁਰਖ ਦੀ ਮੇਰੇ ਪਾਸੋਂ ਪ੍ਰਾਪਤੀ ਰੂਪ ਕੀਮਤ ਨਹੀਂ ਪੈਂਦੀ। ਆਓ ਤੁਧ ਬਿਨ ਅੱਡ ਨਾ ਲਹਦੀ। ਅਤੇ ਮੈਂ ਤੈਥੋਂ ਬਿਨਾ ਅੱਧੀ ਦਮੜੀ ਵੀ ਆਪਣੇ ਜੀਵਨ ਦੀ ਕੀਮਤ ਨਹੀਂ ਲੈ ਸਕਦੀ, ਜਾਂ ਕੌਡੀ ਭਾਵ ਥੋੜੇ ਮਾਤਰ ਵੀ ਸੁੱਖ ਨਹੀਂ ਲੈ ਸਕਦੀ। ਮਹੱਲਾ ਪੰਜਵਾ। ਇਸ ਮਹੱਲੇ ਵਿੱਚ ਸਤਿਗੁਰੂ ਜੀ ਭਗਤੀ ਰੂਪ ਮਜੀਠੀ ਰੰਗ ਚੜ੍ਹੇ ਹੋਏ ਗੁਰਮੁਖਾਂ ਦੀ ਅਵਸਥਾ ਇੰਜ ਕਥਨ ਕਰਦੇ ਹਨ। ਸੱਸ ਵਿਰਾਇਣ ਨਾਨਕ ਜੀਓ ਸਸੁਰਾਵਾਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਓ,
ਜੀਵ ਰੂਪ ਇਸਤਰੀ ਦੀ ਸੰਸੇ ਆਤਮਕ ਬਿਰਤੀ ਰੂਪ ਸੱਸ ਇਹ ਵੈਰਨ ਬਣੀ ਹੋਈ ਹੈ ਅਤੇ ਦੇਹ ਅਧਿਆਸ ਰੂਪ ਸਹੁਰਾ ਬੜਾ ਹੀ ਝਗੜਾਲੂ ਹੈ। ਜਾਂ ਮਾਇਆ ਅਵਿਦਿਆ ਰੂਪ ਸੱਸ ਵੈਰਨ ਹੈ ਅਤੇ ਅਗਿਆਨ ਰੂਪ ਸਹੁਰਾ ਬੜਾ ਹੀ ਝਗੜਾਲੂ ਹੈ। ਜੇਠੋ ਪਾਉ ਪਾਉ ਲੂਹੈ ਅਤੇ ਜੇਠ ਰੂਪ ਧਰਮ ਰਾਜਾ ਜੀਵ ਰੂਪ ਇਸਤਰੀ ਨੂੰ ਨਰਕਾਂ ਦੇ ਜੇ ਪਾ ਪਾ ਕੇ ਲੂਹੈ ਸਾੜਦਾ ਰਹਿੰਦਾ ਹੈ। ਜਾਂ ਜੂਨ ਬਿਪਤਾ ਵਿੱਚ ਪਾ ਪਾ ਕੇ ਸਾੜਦਾ ਰਹਿੰਦਾ ਹੈ। ਜਿਵੇਂ ਮੀਰਾਂ ਬਾਈ ਦੇ ਸਗੇ ਜੇਠ ਨੇ ਉਹਨੂੰ ਜ਼ਹਿਰ ਦੇ ਦਿੱਤੀ ਸੀ ਕਿ ਨੱਚ ਕੇ ਗਾ ਕੇ ਸਾਡੀ ਕੁਲ ਨੂੰ ਕਲੰਕਿਤ ਕਰ ਰਹੀ ਹੈ, ਇਹ ਆਪੇ ਮਰ ਮੁਰ ਜਾਊਗੀ। ਪਰ ਉਹ ਕ੍ਰਿਸ਼ਨ ਭਗਵਾਨ ਦੇ ਪਿਆਰ ਦੇ ਵਿੱਚ ਨੱਚਦੀ ਅਤੇ ਗਾਉਂਦੀ ਸੀ, ਕਿਉਂਕਿ ਹਿੰਦੂ ਮਤ ਵਿੱਚ ਇਹਨੂੰ ਭਗਤੀ ਕਿਹਾ ਜਾਂਦਾ ਹੈ। ਨੱਚਣਾ ਇੱਕ ਭਗਤੀ ਮੰਨੀ ਜਾਂਦੀ ਹੈ। ਪ੍ਰੇਮਾ ਭਗਤੀ ਦੇ ਵਿੱਚ ਗਿੱਝੀ ਹੋਈ ਉਹ ਨੱਚਦੀ ਤੇ ਭਜਨ ਗਾਉਂਦੀ ਸੀ ਤੇ ਕ੍ਰਿਸ਼ਨ ਦੇ ਚਿਹਰੇ ਦਾ ਧਿਆਨ ਧਾਰ ਕੇ ਉਹ ਗੱਡ ਗੱਡ ਕਰਕੇ ਜ਼ਹਿਰ ਵੀ ਪੀ ਗਈ। ਵੇਖਿਆ ਭਯੰਤ ਅੰਮ੍ਰਿਤੰ ਗੁਰਬਾਣੀ ਦੇ ਬਚਨ ਮੁਤਾਬਕ, ਕਿਉਂਕਿ ਭਗਤ ਨਹੀਂ ਸੀ, ਉਹ ਜ਼ਹਿਰ ਦਾ ਅਸਰ ਭਗਵਾਨ ਨੇ ਆਪ ਦੇ ਚਿਹਰੇ ਉੱਪਰ ਨੀਲਾ ਕਰ ਲਿਆ, ਸਹਾਰ ਲਿਆ। ਪਰ ਮੀਰਾ ਬਾਈ ਨੂੰ ਕੁਛ ਨਹੀਂ ਹੋਣ ਦਿੱਤਾ। ਇਉਂ ਜਿਹੜੇ ਜੇਠ ਸੱਸ ਸਹੁਰਾ ਦੁਨੀਆ ਦੇ ਵਿੱਚ ਕਲਯੁਗ ਹੋਣ ਕਰਕੇ ਇਹਨਾਂ ਦੀ ਬਹੁਤ ਜ਼ਿਆਦਾ ਬਦਨਾਮੀ ਹੈ, ਸ਼ੁਰੂ ਤੋਂ ਹੀ ਇਸੇ ਤਰ੍ਹਾਂ ਹੈ। ਪਤਾ ਨਹੀਂ, ਸਮਝ ਨਹੀਂ ਆਉਂਦੀ ਮੈਨੂੰ। ਅੱਜ ਕੱਲ੍ਹ ਤਾਂ ਘੱਟ ਤੋਂ ਘੱਟ ਵੀ 50 ਜਾਂ 60 ਲੱਖ ਰੁਪਈਆ ਚਾਹੀਦਾ ਨੌ ਘਰ ਲਿਆਉਣ ਲਈ, ਜਿਸ ਤਰ੍ਹਾਂ ਦੇ ਲੋਕ ਹੋ ਗਏ ਨੇ। ਉਂਝ ਵਿਆਹ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। 60 ਲੱਖ ਰੁਪਈਆ ਖਰਚ ਕੇ ਸਮਝ ਲਓ ਵੀ ਖੂਹ 'ਚ ਪਾ ਕੇ ਨੌ ਘਰ ਲਿਆਂਦੀ, ਪਾਣੀ ਵਾਰ-ਵਾਰ ਪੀਤਾ। ਅਤੇ ਲਾਹਨਤ ਹੈ ਇਹੋ ਜਿਹੇ ਸੱਸ ਸਹੁਰੇ ਜੇਠ ਨੂੰ, ਜਿਨ੍ਹਾਂ 100 ਸ਼ਗਨ ਮਨਾਏ ਵਿਆਹ ਵੇਲੇ ਦੇ ਅਗਲੇ ਦਿਨ ਹੀ ਮੁੜ ਕੇ ਲੜਾਈ ਕਰਨ ਰਹਿ ਪਏ। ਹਜ਼ਾਰਾਂ ਤਰਲੇ ਕਰਕੇ ਮੁੰਡੇ ਨੂੰ ਮਨਾਇਆ, ਅਤੇ ਜੇ ਉਹ ਮੰਨ ਵੀ ਗਿਆ ਤਾਂ ਫਿਰ ਵਿਆਹ ਤੋਂ ਬਾਅਦ ਉਹ ਕਲੀ ਪਾ ਲਈ, ਨਾ ਬੰਦਾ ਇੱਧਰ ਜੋਗਾ ਨਾ ਉੱਧਰ ਜੋਗਾ। ਇਸ ਵਾਸਤੇ ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ ਹੈ। ਸਾਡੇ ਆਤਮਾ ਦੇ ਵਿੱਚ ਵੀ, ਮਨ ਦੇ ਵਿੱਚ ਵੀ ਇਹ ਝਗੜਾ ਜਿਹਾ ਚੱਲ ਰਿਹਾ ਹੈ। ਆਪਾਂ ਚਾਹੁੰਦੇ ਹਾਂ ਅੰਮ੍ਰਿਤ ਵੇਲੇ ਉੱਠੀਏ, ਗੁਰਦੁਆਰੇ ਆਈਏ, ਕੋਈ ਪਾਠ ਪੂਜਾ ਕਰੀਏ, ਪਰ ਜੋ ਮਾਇਆ ਦੀ ਤ੍ਰਿਸ਼ਨਾ ਹੈ ਦਿਨੇ ਤੋਂ ਭਜਾਈ ਫਿਰਦੀ ਹੈ ਅਤੇ ਫਿਰ ਰਾਤ ਨੂੰ ਵੀ ਉਹ ਟਿਕਣ ਨਹੀਂ ਦਿੰਦੀ। ਤੋ ਇਸ ਲਈ ਜਿਹੜਾ ਸੰਸਾ ਹੈ ਬਿਰਤੀ ਦੇ ਵਿੱਚ, ਇਹ ਸਮਝ ਲਓ ਸੱਸ ਹੈ। ਜੋ ਦੇਹ ਦਾ ਅਧਿਆਸ ਹੰਕਾਰ ਹੈ, ਇਹ ਸਹੁਰਾ ਹੈ, ਝਗੜਾਲੂ ਹੈ। ਗੁਰੂ ਨਾਨਕ ਸਾਹਿਬ ਦੀ ਸੱਸ ਬਹੁਤ ਕਲੇਖੋਰ ਹੁੰਦੀ ਸੀ। ਮਹਾਰਾਜ ਧਾਨੀ ਹੈ ਜੋ ਇਹਨਾਂ ਨਾਲ ਟਾਈਮ ਕੱਟ ਗਏ। ਚੰਦੋ ਰਾਣੀ, ਉਹਦੀਆਂ ਗੱਲਾਂ ਪੜ੍ਹ ਸੁਣ ਕੇ ਅਤੇ ਰੌਂਗਟੇ ਖੜੇ ਹੁੰਦੇ ਨੇ ਵੀ ਇੰਨਾ ਉਹ ਸਖਤ ਬੋਲਦੀ। ਪਰ ਧੰਨ ਗੁਰੂ ਸਾਹਿਬ, ਸਹੁਰਾ ਬਾਬਾ ਮੂਲ ਚੰਦ ਵੀ 100 ਗੱਲਾਂ ਕਰਦਾ, ਪਰ ਮਹਾਰਾਜ ਕਦੀ ਨਾ ਬੋਲਦੇ। ਤੋ ਇਸ ਲਈ ਜ਼ਰੂਰੀ ਨਹੀਂ ਵੀ ਧੀਆਂ ਨੂੰ ਹੀ ਤੰਗ ਕਰਦੇ ਸੱਸ ਸਹੁਰੇ, ਮੁੰਡਿਆਂ ਨੂੰ ਵੀ ਕਰਦੇ ਨੇ। 100 ਦੇ ਵਿੱਚੋਂ 99 ਤਲਾਕ ਜਿਹੜੇ ਨੇ ਸੱਸ ਸਹੁਰੇ ਕਰਕੇ ਧੀਆਂ ਦੇ ਹੁੰਦੇ। ਮਤਲਬ ਸਕੇ ਮਾਂ ਪਿਓ ਆਪ ਵਿਆਹ ਕੇ ਵੀ ਜਾਂਦੇ ਵਿਆਹ ਹੀ ਉਹਨਾਂ ਘਰ ਰੱਖੋ। ਜੇ ਹੁਣ ਵਿਆਹਤੀ ਹੈ ਅਤੇ ਸਹੁਰੇ ਘਰ ਉਹਨੂੰ ਵਸਣ ਦਿਓ, ਮੈਨੂੰ ਮਾਫ ਕਰਨਾ। ਮਾਂ ਪਿਓ ਕਰਕੇ, ਮੁੰਡੇ ਦੇ ਸੱਸ ਸਹੁਰਿਆਂ ਕਰਕੇ ਘਰ ਉੱਜੜ ਜਾਂਦੇ ਨੇ। ਅਤੇ ਇਸ ਲਈ ਮੁੰਡੇ ਵਿਚਾਰੇ ਫਸ ਜਾਂਦੇ ਨੇ, ਭੋਲੇ ਪੰਛੀ, ਪਰ ਸੁਣੀ ਜਾਂਦੀ ਹੈ ਬੀਬੀਆਂ ਦੀ। ਅਤੇ ਇਸ ਵਾਸਤੇ ਦੋਵੇਂ ਪਾਸੇ ਹੀ ਝਗੜਾ ਹੁੰਦਾ ਹੈ। ਮਾਇਆ ਅਵਿਦਿਆ ਰੂਪੀ ਸੱਸ ਵੈਰਨ ਬਣੀ ਹੋਈ ਹੈ, ਅਗਿਆਨ ਰੂਪੀ ਸਹੁਰਾ ਬੜਾ ਝਗੜਾਲੂ ਹੈ, ਅਤੇ ਜੇਠ ਰੂਪ ਧਰਮ ਰਾਜਾ ਜੀਵ ਰੂਪ ਇਸਤਰੀ ਨੂੰ ਨਰਕਾਂ 'ਚ ਪਾ ਪਾ ਕੇ ਸਾੜਦਾ ਰਹਿੰਦਾ, ਜੂਨਾਂ ਬਿਪਤਾਂ 'ਚ ਪਾ ਪਾ ਕੇ ਸਾੜਦਾ ਰਹਿੰਦਾ ਹੈ। ਭਸ ਪੁਣੇ ਦੇ ਵਤਨ, ਇਹ
ਵਾਹਿਗੁਰੂ ਬਿਸ਼ਾਕੇ ਸਾਰੇ ਸੁਆਹ ਸ਼ਾਨ ਦੇ ਫਿਰਨ, ਭਾਵੇਂ ਮੇਰੇ ਉੱਤੇ ਬਲ ਨਹੀਂ ਪਾ ਸਕਦੇ। ਸੰਸੇ ਆਤਮਕ ਬਿਰਤੀ ਮਾਇਆ ਅਵਿਦਿਆ ਰੂਪੀ ਸੱਸ, ਦੇ ਅਧਿਆਸ ਅਗਿਆਨ ਰੂਪ ਸਹੁਰਾ, ਧਰਮ ਰਾਜਾ ਰੂਪੀ ਜੇਠ, ਸਾਰੇ ਦੁਨੀਆ ਦੇ ਔਗਣਾ ਰੂਪ ਖਾਕ ਛਾਣ ਦੇ ਫਿਰਦੇ ਨੇ ਕਿ ਕਿੱਥੋਂ ਸਾਨੂੰ ਔਗਣ ਲੱਭਣ ਤੇ ਅਸੀਂ ਭੰਡੀ ਪ੍ਰਚਾਰ ਕਰੀਏ। ਜਾ ਮੈਂ ਸੱਜਣ ਤੂੰ ਹੈ, ਪਰ ਇਹ ਪਰਮੇਸ਼ਰ ਜਦੋਂ ਤੂੰ ਮੇਰਾ ਸੱਜਣ, ਮੇਰਾ ਮਿੱਤਰ, ਮੇਰਾ ਪਿਆਰਾ, ਤੂੰ ਮੇਰੀ ਤਰਫ ਹੈ ਤਾਂ ਮੈਨੂੰ ਕਿਸੇ ਦੀ ਕੀ ਪਰਵਾਹ, ਜੋ ਮਰਜ਼ੀ ਕੋਈ ਬੋਲੀ ਜਾਏ ਕਰੀ ਜਾਏ। ਖਾਧੀਆਂ ਪੀਤੀਆਂ ਪਹਿਲਾਂ ਗੁੱਸਾ ਹੁੰਦਾ ਸੀਗਾ, ਛੋਟੀ ਜੀ ਗੱਲ ਸੁਣ ਲੈਣੀ, ਰੋਟੀ ਹੋਈ ਨਹੀਂ ਖਾਣੀ। ਹੁਣ ਖਾਧੀਆਂ ਪੀਤੀਆਂ ਸਿਰ ਦੇ ਉੱਪਰ ਦੀ ਲੰਘੀ ਜਾਣ। ਬੈਠੇ ਆ ਚੌਂਕੜਾ ਮਾਰ ਕੇ ਥੱਲੇ ਲੈ ਕੇ ਬੈਠ ਜਾਓ, ਸੁਣੋ ਹੀ ਨਾ, ਦਰੀ ਥੱਲੇ ਦੇ ਕੇ ਉੱਠ ਕੇ ਤੁਰ ਜਾਓ। ਪੈਰ ਮਾਰੋ ਥੁੱਕ ਕੇ, ਜਿਸ ਤਰ੍ਹਾਂ ਮਿੱਟੀ ਪਾਈ ਦੀ ਹੈ ਇਸ ਤਰ੍ਹਾਂ ਗੱਲਾਂ ਦੇ ਪਾ ਕੇ ਤੇ ਆਪ ਦਾ ਕੰਮ ਸਵਾਰੋ। ਜੇ ਅਸਰ ਕਰੋਗੇ ਸੌ ਨਹੀਂ ਸਕੋਗੇ, ਜ਼ਿੰਦਗੀ ਜਿਉਣੀ ਦੁੱਭਰ ਹੋ ਜਾਊਗੀ। ਜੋ ਬੋਲਦਾ ਕੋਈ ਬੋਲੀ ਜਾਏ, ਸਾਨੂੰ ਕੀ, ਅਗਲਾ ਆਪਦਾ ਮਨ ਵਿਗਾੜ ਰਿਹਾ, ਜ਼ਬਾਨ ਵਿਗਾੜ ਰਿਹਾ, ਉਹਦਾ ਆਪਦਾ ਜੀਵਨ। ਤਾਂ ਇਸ ਵਾਸਤੇ ਪਰਵਾਹ ਨਾ ਕਰੋ। ਲੋਕਣ ਕੀ ਚਤੁਰਾਈ ਉਪਮਾ ਤੇ ਬੈਸੰਦਰ ਜਾਰ। ਦੁਨੀਆ ਦਾ ਕੰਮ ਹੈ, ਕਿਸੇ ਨੇ ਤੁਹਾਨੂੰ ਚੰਗਾ ਬੋਲਣਾ, ਕਿਸੇ ਨੇ ਮਾੜਾ ਬੋਲਣਾ। ਰਿਸ਼ਤੇਦਾਰ ਮਿੱਤਰ ਦੋਸਤ ਵੀ ਇਸੇ ਤਰ੍ਹਾਂ ਹੀ ਨੇ। ਜੇ 100 ਕਹਿਣਾ ਮੰਨੋ, ਇੱਕ ਤੋਂ ਨਾ ਕਰ ਦੋ, ਅਗਲਾ ਮੂੰਹ ਘੁਮਾ ਕੇ ਪਰਾਂ ਹੋ ਜਾਂਦਾ, ਫਿਰ ਠੀਕ ਹੈ, ਤੂੰ ਆਪਣੇ ਘਰ ਰਾਜੀ ਰਹੋ। ਅਸਰੀ ਨਾ ਕਬੂਲੋ ਚੜ੍ਹਦੀ ਕਲਾ 'ਚ ਰਹੋ। ਲੋਕ ਭਾਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਟਾਰ। ਕੋਈ ਮਾੜਾ ਬੋਲੀ ਜਾਏ, ਕੋਈ ਚੰਗਾ ਬੋਲੀ ਜਾਏ, ਆਪਦੇ ਭਗਤੀ ਰੂਪੀ ਕਾਰਜ ਦੇ ਵਿੱਚ ਲੱਗੇ ਰਹੋ। ਕੰਮ ਦੇ ਵਿੱਚ ਵਿਘਨ ਨਾ ਪੈਣ ਦਿਓ। ਇਸ ਵਾਸਤੇ ਸੋ ਮਹਾਰਾਜ ਕਹਿੰਦੇ ਨੇ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲక్ష్ਮੀ ਦੌੜ ਨ ਆਵਈ ਕਾਇ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਇਉਂ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ। ਇਹ ਸੱਚੇ ਪਾਤਸ਼ਾਹ, ਜੇ ਤੂੰ ਮੇਰਾ ਪਿਆਰਾ ਸੱਜਣ ਮਿੱਤਰ ਮੇਰੀ ਤਰਫ ਹੈ ਤਾਂ ਜੋ ਮਰਜ਼ੀ ਕੋਈ ਬੋਲੀ ਜਾਏ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਪੌੜੀ ਜਿਸ ਤੂੰ ਉਠਾ ਚਿਤ। ਪੰਜਵੇਂ ਪਾਤਸ਼ਾਹ ਜੀ ਹੀ ਪੌੜੀ ਉਚਾਰ ਰਹੇ ਹਨ। ਹੇ ਪਰਮੇਸ਼ਰ, ਜਿਸ ਦੇ ਚਿਤ ਹਿਰਦੇ ਵਿੱਚ ਤੂੰ ਵਸ ਗਿਆ ਹੈ, ਇਸ ਦਰਦ ਨਿਵਾਰਣੋ, ਉਸ ਦੇ ਅੰਦਰੋਂ ਅਵਿਦਿਆ ਰੂਪੀ ਪੀੜਾ ਨੂੰ ਨਿਵਰਤ ਕਰ ਦਿੰਦਾ ਹੈ। ਪ੍ਰਤੱਖ ਜਿਹੜੀਆਂ ਦਰਦਾਂ ਨੇ, ਦੁੱਖ ਨੇ, ਉਹ ਨਿਵਰਤ ਕਰ ਦਿੰਦਾ ਹੈ। ਦੁੱਖ ਕਲੇਸ਼ ਨ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਜੇ ਪਤੀ ਵਸ ਵਿੱਚ ਹੋਵੇ, ਫਿਰ ਦੂਜੇ ਪਰਿਵਾਰਕ ਮੈਂਬਰ ਜਿੰਨੇ ਮਰਜ਼ੀ ਦੁਖੀ ਕਰੀ ਜਾਣ, ਉਹਨਾਂ ਦੀ ਕੋਈ ਪਰਵਾਹ ਨਹੀਂ। ਇਉਂ ਜੇ ਪਰਮੇਸ਼ਰ ਵਸ ਵਿੱਚ ਹੈ, ਉਹ ਸਾਡੇ ਵੱਲ ਹੈ, ਤਾਂ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਦੁੱਖ ਵਿੱਚ ਸੁੱਖ ਮਨਾਈ, ਆਤਮਾ ਦਾ ਸੁੱਖ ਹੋਣ ਕਰਕੇ ਤੇ ਦੁੱਖ ਜਾਪਦਾ ਹੀ ਨਹੀਂ। ਜੇ ਕੋਈ ਤੰਗ ਪਰੇਸ਼ਾਨ ਵੀ ਕਰ ਰਿਹਾ ਤਾਂ ਵੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਪਰਮੇਸ਼ਰ ਜੋ ਵੱਲ ਹੈ। ਜਿਸ ਤੂੰ ਉਠਾ ਚਿਤ। ਇਹ ਵਾਹਿਗੁਰੂ, ਜਿਸ ਦੇ ਚਿਤ ਹਿਰਦੇ ਵਿੱਚ ਤੂੰ ਵਸ ਗਿਆ ਹੈ, ਇਸ ਕਦੇ ਨਾ ਹਾਰਣੋ, ਤਿਸ ਨੂੰ ਕਦੇ ਵੀ ਦੁਨੀਆ ਦੇ ਵਿੱਚ ਹਾਰ ਨਹੀਂ ਆਉਂਦੀ ਹੈ। ਜਾਂ ਉਸ ਨੂੰ ਕਾਮ ਕ੍ਰੋਧ ਆਦਿਕ ਵਿਕਾਰ, ਯਮ ਦੂਤ ਅਗਿਆਨ ਆਦਿਕ ਕਦੇ ਵੀ ਹਰਾ ਨਹੀਂ ਸਕਦੇ ਹਨ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖੈ। ਕੀੜੀ ਦੀ ਤਰ੍ਹਾਂ ਛੋਟੀ ਜਿਹੀ ਬਿਰਤੀ ਰੂਪ ਕੀੜੀ 'ਚ ਭਗਵਾਨ ਆਪਦੇ ਨਾਮ ਦੀ ਸਿਫਤ ਰੱਖ ਦੇਵੇ ਤਾਂ ਲੱਖਾਂ ਕਰੋੜਾਂ ਲਾਮ ਲਸ਼ਕਰ ਵੀ ਉਹਨੂੰ ਹਰਾ ਨਹੀਂ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਇਹੋ ਜਿਹੀ ਤੋਪ ਸੀਗੀ, ਜਦ ਵੀ ਉਹ ਤੋਪ ਚਲਾਉਂਦੇ ਵੇਖੋ ਬਾਬਰ ਨੂੰ ਚਿੱਤ ਕਰਤਾ, ਜਿਹੜਾ ਕਿਸੇ ਦੇ ਕਾਬੂ ਨਹੀਂ ਆਇਆ। ਕਿੰਨੀ ਦੁਨੀਆ ਉਹਨਾਂ ਕੈਦ ਕਰਕੇ ਦੁਖੀ ਕੀਤੀ, ਮਹਾਰਾਜ ਨੇ ਇੱਕੋ ਬਚਨ ਦੀ ਤੋਪ ਚਲਾਈ,
ਉਹ ਨਟਾਲ ਹੋ ਕੇ ਚਰਨੀ ਡਿੱਗ ਪਿਆ ਸੀਗਾ। ਤੇ ਇਸ ਵਾਸਤੇ ਇਹ ਜਿਹੜਾ ਗੁਰੂ ਮਹਾਰਾਜ ਦਾ ਸ਼ਬਦ ਹੈ, ਜਿਸ ਦੇ ਹਿਰਦੇ ਵਿੱਚ ਵਸ ਜਾਂਦਾ, ਅੱਖੀਂ ਗੱਟਾ ਮੂੰਹ 'ਚ ਡੱਟਾ ਬਿਰ ਤੱਕਿਆ ਵੇਖ ਨਾ ਸਕੈ, ਉਹ ਕਿਸੇ ਕੋਲੋਂ ਹਾਰਦਾ ਨਹੀਂ ਹੈ। 6 ਜੂਨ ਦਾ ਪਵਿੱਤਰ ਦਿਹਾੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਸਭਨਾਂ ਨੇ ਪਰਸੋਂ ਮਨਾਇਆ ਹੈ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਦੁਨੀਆ ਜੋ ਮਰਜ਼ੀ ਬੋਲੀ ਜਾਏ ਪਰ ਉਹ ਹਾਰੇ ਨਹੀਂ, ਉਹ ਜਿੱਤ ਦੀ ਬਾਜੀ ਨੂੰ ਜਿੱਤ ਕੇ ਗਏ ਨੇ। ਤੇ ਇਸ ਵਾਸਤੇ ਕਹਿੰਦੇ ਹਾਰ ਚਲੇ ਗੁਰਮੁਖ ਜਗ ਜੀਤਾ। ਉਹ ਆਪਦੀ ਮਾਨਸਿਕ ਸਥਿਤੀ ਨੂੰ ਦੁਨੀਆ ਦੇ ਵੱਲੋਂ ਹਰਾ ਕੇ ਜਦ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਲੈਂਦੇ ਨੇ ਤਾਂ ਫਿਰ ਉਹ ਜਗਤ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਇਸੇ ਲਈ ਉਹਨਾਂ ਨੂੰ ਅਮਰ ਸ਼ਹੀਦ ਆਖਿਆ ਜਾਂਦਾ ਹੈ। ਜਿਹੜਾ ਕਿਸੇ ਦੀ ਈਨ ਨਾ ਮੰਨਿਓ ਹਾਰਿਆ ਨਹੀਂ ਹੁੰਦਾ, ਹਾਰਿਆ ਉਹਨੂੰ ਮੰਨਿਆ ਜਾਂਦਾ ਜਿਹੜਾ ਕਿਸੇ ਅੱਗੇ ਗੋਡੀਆਂ ਟੇਕ ਦੇਵੇ। ਸੋ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਆਪਦੀ ਅਣਖ ਗੈਰਤ ਨਾਲ ਜ਼ਿੰਦਗੀ ਜਿਉ ਗਏ ਸੋ ਜਿੱਤੇ ਹੀ ਹਨ। ਉਹ ਕਦੇ ਵੀ ਕਾਮ ਆਦਿਕ ਵਿਕਾਰਾਂ ਤੋਂ, ਅਗਿਆਨ ਤੋਂ, ਜਮਨ ਤੋਂ, ਦੁਨੀਆ ਦੇ ਜਿਹੜੇ ਅਹੁਦੇਦਾਰ ਬੰਦੇ ਹਨ, ਹੁਕਮਰਾਨਾਂ ਤੋਂ ਉਹ ਕਦੇ ਵੀ ਹਾਰਦਾ ਨਹੀਂ ਹੈ। ਜਿਸ ਮਿਲਿਆ ਪੂਰਾ ਗੁਰੂ, ਜਿਸ ਨੂੰ ਪੂਰਾ ਸਤਿਗੁਰੂ ਪ੍ਰਾਪਤ ਹੋ ਗਿਆ ਹੈ, ਸੋ ਸਰ ਪਰ ਤਾਰਨ। ਉਸ ਨੂੰ ਪੂਰਾ ਸਤਿਗੁਰੂ ਜ਼ਰੂਰ ਬਰ ਜ਼ਰੂਰ ਜਾਂ ਨਿਸ਼ਚੇ ਕਰਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰੇਗਾ। ਜਿਸ ਨੂੰ ਲਾਈ ਸੱਚ, ਜਿਸ ਨੂੰ ਗੁਰੂ ਸਾਹਿਬ ਸੱਚੇ ਨਾਮ ਜਪਣ ਵੱਲ ਲਾਉਂਦੇ ਹਨ, ਇਸ ਸੱਚ ਸੰਭਾਲਣੋ। ਤੇ ਇਸ ਪੁਰਖ ਨੇ ਹੀ ਸੱਚੇ ਨਾਮ ਨੂੰ ਸੰਭਾਲਣਾ ਯਾਦ ਕੀਤਾ ਹੈ। ਜਿਸ ਆਇਆ ਹੱਥ ਨਿਧਾਨ, ਜਿਸ ਦੇ ਅੰਤःਕਰਨ ਰੂਪ ਹੱਥ ਵਿੱਚ ਪਰਮੇਸ਼ਰ ਦਾ ਨਾਮ ਰੂਪ ਖਜ਼ਾਨਾ ਆ ਗਿਆ ਹੈ। ਸੋ ਰਹਿਆ ਭਾਲਣੋ। ਉਹ ਹੋਰ ਖੋਜਣਾ ਨੂੰ ਖੋਜਣੇ ਤੋਂ ਰਹਿ ਗਿਆ, ਮਾਇਕੀ ਪਦਾਰਥਾਂ ਦੇ ਖੋਜਣ ਵੱਲੋਂ ਰਹਿ ਗਿਆ ਹੈ। ਜਿਸ ਨੂੰ ਇੱਕੋ ਰੰਗ, ਜਿਸ ਨੂੰ ਇੱਕ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਲੱਗਿਆ ਹੋਇਆ ਜਾਂ ਆਨੰਦ ਪ੍ਰਾਪਤ ਹੋਇਆ ਹੈ, ਭਗਤ ਸੋ ਜਾਣੋ। ਉਸੇ ਨੂੰ ਹੀ ਵਾਹਿਗੁਰੂ ਜੀ ਦਾ ਅਸਲੀ ਭਗਤ ਜਾਣਨਾ ਕਰੋ। ਉਹ ਸਭਨਾ ਕੀ ਰੇਣ, ਉਹ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਹੋਇਆ ਹੈ। ਬਿਰਹੀ ਚਾਰਣੋ। ਜੋ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮੀ ਹੈ ਜਾਂ ਜੋ ਪ੍ਰੇਮ ਦੇ ਆਚਰਨ ਵਾਲਾ ਹੈ, ਭਾਵ ਜੋ ਪ੍ਰੇਮ ਭਰੇ ਕਰਮਾਂ ਨੂੰ ਕਰਨ ਵਾਲਾ ਹੈ, ਉਹ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਹੋਇਆ ਹੈ। ਸਭ ਤੇਰੀ ਚੋਜ ਵਿਡਾਣ, ਹੇ ਪਰਮੇਸ਼ਰ ਸਾਰੇ ਤੇਰੇ ਕੌਤਕ ਹਨ ਤੇ ਅਚਰਜ ਹਨ। ਸਭ ਤੇਰਾ ਕਾਰਣੋ। ਸਾਰਾ ਪ੍ਰਪੰਚ ਤੇਰਾ ਹੀ ਕਾਰਨ ਰੂਪ ਜਾਂ ਕਾਰਜ ਹੈ। ਸ਼ਲੋਕ ਮਹਲਾ ਪੰਜਵਾ। ਜੋ ਆਨੰਦ ਕਾਰਜ ਵੇਲੇ ਲੜਕੀ ਆਪਣੇ ਪਤੀ ਨਾਲ ਸੰਗਤ ਵਿੱਚ ਪ੍ਰਣ ਕਰਦੀ ਹੈ, ਉਸ ਪ੍ਰਕਰਨ ਦੇ ਅਨੁਸਾਰ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਪਵਿੱਤਰ 14ਵਾਂ ਸ਼ਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਸ ਤਤ ਨਿੰਦਾ ਨਾਨਕ ਜੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਵਿਆਹੁਤਾ ਇਸਤਰੀ ਆਪ ਆਨੰਦ ਕਾਰਜਾਂ ਤੋਂ ਬਾਅਦ ਆਪਣੇ ਪਤੀ ਅੱਗੇ ਇੰਜ ਪ੍ਰਣ ਕਰਦੀ ਹੈ ਕਿ ਕਿਸੇ ਉਸਤਤ ਵਡਿਆਈ ਤੇ ਕਿਸੇ ਦੀ ਨਿੰਦਾ ਅਪਕੀਰਤੀ ਕਰਨੀ ਮੈਂ ਅੱਜ ਤੋਂ ਮੈਂ ਹੱਬ ਵੰਜਾਈ, ਸਾਰੀ ਹੀ ਮੰਜਾਈ ਗੁਆ ਛੱਡ ਦਿੱਤੀ ਹੈ। ਛੋੜਿਆ
ਸਭ ਕਿਛ ਤਿਆਗੀ। ਡੱਡਾ ਨਹੀਂ, ਰਾੜਾ ਛੋੜਿਆ। ਤੇ ਮੈਂ ਪਦਾਰਥਾਂ ਦੇ ਨਾਲ ਮੋਹ ਕਰਨ ਆਦਿਕ ਸਭ ਕੁਝ ਤਿਆਗ ਛੱਡਿਆ ਹੈ। ਅਬੇ ਸਾਕ ਕੂੜਾ ਵੇ ਡਿਠੇ। ਹੇ ਪਿਆਰੇ ਪਤੀ ਜੀ, ਮੈਂ ਸਾਰੇ ਭੈਣ ਭਰਾ ਮਾਤਾ ਪਿਤਾ ਆਦਿਕ ਸੰਬੰਧੀ ਝੂਠੇ ਵੇਖੇ ਹਨ। ਭਾਵ ਸਾਰੇ ਸੰਬੰਧੀ ਸਿਰ ਤੋੜ ਪੂਰੀ ਉਮਰ ਦੇ ਵਿੱਚ ਸਾਥ ਨਹੀਂ ਨਿਭਾ ਸਕਦੇ। ਭਰਾਵਾਂ ਦੀ ਵੀ ਜਦੋਂ ਘਰ ਵਾਲੀ ਭਰਜਾਈ ਆ ਜਾਂਦੀ ਹੈ ਤੇ ਉਹੀ ਭੈਣਾਂ ਹੁੰਦੀਆਂ ਨੇ ਤੇ ਉਹ ਫਿਰ ਹੋਰ ਬਣ ਜਾਂਦੀਆਂ ਨੇ। ਮਾਂ ਪਿਓ ਵੀ ਕਿੰਨਾ ਕੁ ਚਿਰ ਬੈਠੇ ਰਹਿੰਦੇ ਨੇ, ਆਖਰ ਤਾਂ ਉਹ ਸਰੀਰ ਤਿਆਗ ਹੀ ਜਾਣਗੇ। ਜਿਹੜਾ ਪੇਕਾ ਘਰ ਹੁੰਦਾ ਹੈ ਧੀਆਂ ਵਾਸਤੇ ਕੇਵਲ ਤੇ ਕੇਵਲ ਮਾਂ ਪਿਓ ਦੇ ਨਾਲ ਹੁੰਦਾ ਹੈ। ਜਦੋਂ ਚੜ੍ਹ ਗਏ ਫਿਰ ਪੇਕਾ ਕਾਹਦਾ ਰਹਿ ਗਿਆ? ਫਿਰ ਤੇ ਸ਼ਰੀਕਾ ਬਣ ਗਿਆ। ਇਸ ਤਰ੍ਹਾਂ ਭਰਾ ਭਰਾ ਦਾ ਹੁੰਦਾ, ਭੈਣ ਭਰਾਵਾਂ ਦਾ ਵੀ ਬਣ ਜਾਂਦਾ। ਤੇ ਇਸ ਵਾਸਤੇ ਹੇ ਪਤੀ ਦੇਵ ਜੀ, ਮੈਂ ਸਾਰਿਆਂ ਨੂੰ ਝੂਠਾ ਜਾਣ ਕਰਕੇ ਤਉ ਪੱਲੇ ਤਾਡਾ ਲਾਗੀ। ਇਸ ਕਰਕੇ ਮੈਂ ਤਾਂ ਤੇਰੇ ਲੜ ਲੱਗੀ ਹਾਂ। ਮਤਲਬ ਕਹਿਣ ਦਾ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਸ਼ਹਿਨਸ਼ਾਹ ਵੀ ਕਿਉਂ ਨਾ ਹੋਵੇ, ਧੀਆਂ ਤਾਂ ਉਹਨਾਂ ਵੀ ਆਪਦੇ ਘਰ ਨਹੀਂ ਰੱਖੀਆਂ। ਮਰਜ਼ਾਦਾ ਹੀ ਹੈ ਸੰਸਾਰ ਦੀ ਕਿ ਧੀਆਂ ਨੂੰ ਵਿਆਹੁਣਾ ਪੈਂਦਾ ਹੈ ਅਤੇ ਵਿਆਹੁਣਾ ਚਾਹੀਦਾ ਹੈ। ਔਰ ਔਰੰਗਜ਼ੇਬ ਇੰਨਾ ਕਰਪਟ ਬੰਦਾ ਸੀਗਾ ਕਿ ਉਹਨੇ ਆਪਦੀ ਧੀ ਨੂੰ ਨਹੀਂ ਵਿਆਹਿਆ ਅਤੇ ਉਹਨੂੰ ਖਰੀਆਂ ਖਰੀਆਂ ਸੁਣਾਈਆਂ। ਉਹਦੇ ਕੋਲੋਂ ਹੀ ਜ਼ਫ਼ਰਨਾਮਾ ਉਹਨੇ ਪੜ੍ਹਾਇਆ। ਇਹਦੇ ਮਤਲਬ ਇਹ ਸੀਗਾ ਵੀ ਜੇ ਮੇਰਾ ਕੋਈ ਜਵਾਈ ਬਣ ਗਿਆ ਤਾਂ ਫਿਰ ਮੇਰੇ ਬਰਾਬਰ ਦੇ ਅਹੁਦੇ ਦਾ ਦਾਅਵਾ ਕਰੂਗਾ। ਸੋ ਇਹੋ ਜਿਹੇ ਵੀ ਕਲਹਿਣੇ ਮੰਦੇ ਦੁਨੀਆ 'ਚ ਹੋ ਕੇ ਗੁਜ਼ਰ ਗਏ ਨੇ, ਜਿਨ੍ਹਾਂ ਇਹ ਜ਼ੁਲਮ ਕਰਨ ਦੀ ਤਰ੍ਹਾਂ ਹੈ। ਸੋ ਪਾਪ ਕਰਮ ਕਰਨ ਦੀ ਤਰ੍ਹਾਂ ਹੈ। ਤੋ ਇਸ ਲਈ ਜੋ ਸੰਸਾਰ ਦੀ ਮਰਿਆਦਾ ਰੱਬ ਨੇ ਬਣਾਈ ਹੈ ਉਹ ਰਾਜੇ ਮਹਾਰਾਜੇ ਵੀ ਮੰਨਦੇ ਨੇ। ਇਸ ਲਈ ਸੋ ਬੀਬੀ ਦਾ ਧਰਮ ਹੀ ਹੈ ਕਿ ਉਹ ਪਤੀ ਦੇ ਲੜ ਲੱਗੇ। ਸੋ ਮੈਂ ਸਾਰਿਆਂ ਨੂੰ ਝੂਠੇ ਜਾਣਿਆ, ਇਸ ਕਰਕੇ ਮੈਂ ਤੇਰੇ ਲੜ ਲੱਗੀ ਹਾਂ। ਹੇ ਪਤੀ, ਭਾਵ ਮੈਨੂੰ ਨਿਰਦੋਸ਼ ਨੂੰ ਕਦੇ ਮਨੋਂ ਨਾ ਵਿਸਾਰੀ। ਜੇ ਮੈਂ ਤੇਰੇ ਲੜ ਲੱਗੀ ਹਾਂ ਨਾ ਤੇ ਤੂੰ ਵੀ ਮੈਨੂੰ ਛੱਡੀ ਨਾ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਹੀਂ ਲੜੀਦਾ ਹੁੰਦਾ। ਹਾਂ, ਵੱਡੀ ਗੱਲ ਹੋਵੇ ਤਾਂ ਬਹਿ ਕੇ ਬੰਦਾ ਮੂੰਹ 'ਤੇ ਪੁੱਛ ਵੀ ਸਕਦਾ, ਪਰ ਛੋਟੀਆਂ ਛੋਟੀਆਂ ਗੱਲਾਂ ਤਾਂ ਆਮ ਹੀ ਹੁੰਦੀਆਂ ਰਹਿੰਦੀਆਂ। ਤੋ ਮੈਂ ਤੇਰੇ ਨਾਲ ਸਿਰ ਤੋੜ ਨਿਭਾਵਾਂਗੀ, ਪਰ ਤੂੰ ਨਾ ਮੈਨੂੰ ਛੱਡੀ। ਇਹ ਪ੍ਰਤੱਖ ਅਰਥ ਹੈ। ਤੇ ਹੁਣ ਅੰਤਰੀ ਵਰਤ ਸਰਮਣ ਕਰੋ। ਉਸਤਤ ਨਿੰਦਾ ਨਾਨਕ ਜੀ। ਹੇ ਸਤਿਗੁਰੂ ਨਾਨਕ ਦੇਵ ਸਾਹਿਬ ਜੀਓ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕਿਓ ਖੇਲ ਕਟਣ ਹੈ, ਕਿਨਹੂ ਗੁਰਮੁਖ ਜਾਨਾ। ਉਸਤਤ ਆਪਦੇ ਮਤਲਬ ਲਈ ਕਿਸੇ ਦੀ ਵਡਿਆਈ ਕਰੀ ਜਾਣੀ, ਝੋਲੀ ਚੁੱਕੀ ਜਾਣੀ, ਉਹਦੇ ਮਗਰ ਮਗਰੀ ਤੁਰੇ ਫਿਰਨਾ, ਚੱਪਲਾਂ ਝਾੜਨ ਤੱਕ, ਕਾਰ ਦੀ ਬਾਰੀ ਖੋਲ੍ਹਣ ਤੱਕ ਜਾਣਾ, ਅਗਲੇ ਉੱਪਰ ਹੀ ਡਿੱਗੀ ਜਾਣਾ। ਇਹ ਮਤਲਬ ਵਾਸਤੇ ਜਿਹੜੀ ਉਸਤਤੀ ਕਰਨੀ ਹੈ ਮਾੜੀ ਹੁੰਦੀ ਹੈ। ਅਤੇ ਜੋ ਕਿਸੇ ਦੀ ਨਿੰਦਿਆ ਕਰਨੀ ਅਤੇ ਕਰਾਉਣੀ ਆਦਿਕ, ਉਸਤਤੀ ਕਰਾਉਣੀ ਆਦਿਕ, ਹੇ ਮਹਾਰਾਜ ਮੈਂ ਸਾਰੀ ਗਵਾ ਦਿੱਤੀ ਹੈ। ਲੋਕ ਪੈਸੇ ਦਿੰਦੇ ਨੇ ਕਾਹਦੇ ਵਾਸਤੇ? ਵੀ ਸਾਡਾ ਨਾਮ ਬੋਲੋ। ਉਹ ਸਾਡੇ ਪਿੰਡ ਕਵੀਸ਼ਰ ਆਉਂਦੇ ਹੁੰਦੇ, ਉਹਨਾਂ ਗਾਉਣ ਵਜਾਉਣ ਸੁਣਾਉਣਾ ਅਤੇ ਕਾਪੀਆਂ ਲੈ ਲੈ ਤੁਰੇ ਫਿਰਨਾ। ਜਿਸ ਬਜ਼ੁਰਗ ਦਾ ਨਾਂ ਨਹੀਂ ਬੋਲਣਾ ਉਹਨੇ ਉੱਠ ਕੇ ਲੜਨ ਲੱਗ ਪੈਣਾ, ਮੇਰਾ ਨਾਂ ਕਿਉਂ ਨਹੀਂ ਬੋਲਿਆ। ਤੋ ਘੰਟਾ ਘੰਟਾ ਨਾਮ ਬੋਲਣ ਦੇ ਵਿੱਚ ਹੀ ਲੱਗੇ ਰਹਿਣਾ। ਸੋ ਇਸ ਲਈ ਸੰਸਾਰ ਦੀ ਮਰਿਆਦਾ ਹੈ, ਦੁਨੀਆ ਆਪਦਾ ਨਾਂ ਸੁਣ ਕੇ ਸਪੀਕਰ ਵਿੱਚੋਂ ਗੁਰਦੁਆਰੇ ਵਲ ਕੇ ਵਾਹਿਗੁਰੂ ਦਾ ਨਾਮ ਸੁਣਨ ਦੀ ਇੱਛਾ ਹੋਣੀ ਚਾਹੀਦੀ ਹੈ। ਪਰ ਇੱਥੇ ਆ ਕੇ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਨਾਮ ਹੋਵੇ, ਬੋਰਡ 'ਤੇ ਵੀ ਲਿਖਿਆ ਹੋਵੇ, ਪੱਥਰ ਵੀ ਲੱਗਾ ਹੋਵੇ, ਪੱਖੇ ਵੀ ਰੰਗੇ ਹੁੰਦੇ ਨੇ ਗੁਰਦੁਆਰਿਆਂ 'ਚ, ਬਾਰੀਆਂ ਵੀ ਰੰਗੀਆਂ ਹੁੰਦੀਆਂ। ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿਹੜੀ ਰੰਗੀ ਨਾ ਹੋਵੇ।
ਪੈਣਾ, ਮੋਬਾਈਲ ਥੱਲੇ ਰੱਖ ਦਿਆਂ। ਸੋ ਕਹਿਣ ਤੋਂ ਭਾਵ ਇਹ ਹੈ ਵੀ ਸਾਡਾ ਸੁਭਾਵ ਹੈ, ਆਪਾਂ ਚਾਹੁੰਦੇ ਹਾਂ ਕਿ ਸਾਡਾ ਨਾਮ ਹੋਣਾ ਚਾਹੀਦਾ, ਬਲਕਿ ਨਾਮ ਪਰਮੇਸ਼ਰ ਦਾ ਹੋਣਾ ਚਾਹੀਦਾ। ਤੁਸੀਂ ਵੇਖੋ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਤੇ ਕਿਤੇ ਕੋਈ ਲੇਖਕ, ਕੋਈ ਸੰਪਾਦਕ, ਕੋਈ ਭੂਮਿਕਾ, ਕੋਈ ਦੋ ਸ਼ਬਦ, ਮੇਰੇ ਵਰਗਾ ਕਿਤਾਬ ਲਿਖਦਾ ਸਾਰੇ ਟੱਬਰ ਦਾ, ਜਿਉਂ ਦਾਦੇ ਪੜਦਾਦੇ ਤੋਂ ਫਿਰ ਨਿੱਕੇ ਨਿਆਣੇ ਤੱਕ ਸਾਰਿਆਂ ਦੀਆਂ ਫੋਟੋਆਂ ਲਾ ਛੱਡਦਾ, ਸਾਰਿਆਂ ਦੇ ਨਾਂ ਲਿਖਦਾ ਕਿ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਏ। ਫਿਰ ਕਿਸੇ ਤੋਂ ਦੋ ਸ਼ਬਦ ਲਿਖਾਉਂਦਾ, ਕਿਸੇ ਤੋਂ ਧੰਨਵਾਦ ਲਿਖਾਉਂਦਾ। ਕਾਹਦੇ ਲਈ? ਵੀ ਮੈਂ ਮਿਹਨਤ ਕੀਤੀ ਹੈ, ਮੇਰੀ ਵਡਿਆਈ ਹੋਵੇ। ਤੋ ਸਾਡਾ ਨਾਮ ਹੁੰਦਾ ਹੈ ਹਰੇਕ ਜਗ੍ਹਾ 'ਤੇ। ਸਾਡਾ ਘਰ ਹੈ, ਘਰ ਦੇ ਉੱਪਰ ਨੇਮ ਪਲੇਟ ਹੈ। ਕਿਤਾਬ ਹੈ, ਕਿਤਾਬ 'ਤੇ ਸਾਡਾ ਨਾਮ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਦਿਖਾਓ, ਸ੍ਰੀ ਗੁਰੂ ਅਰਜਨ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਪਤਾ ਹੀ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਕਿੱਥੇ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਤਾਂ ਆਪ ਦਾ ਨਾਮ ਲਿਖਿਆ ਨਹੀਂ, ਤੇ ਅਸੀਂ ਕੀ ਕਰਦੇ ਹਾਂ? ਨਾਮ ਫਰਮ ਦਾ ਮਸ਼ਹੂਰ ਕਰਨਾ ਹੁੰਦਾ, ਵਰਤਦੇ ਹਾਂ ਜਪਜੀ ਸਾਹਿਬ ਨੇ। ਇੰਨੀ ਨਿਕੰਮੀ ਦੁਨੀਆ ਹੈ, ਮੈਨੂੰ ਤੇ ਇੰਨਾ ਗੁੱਸਾ ਚੜ੍ਹਦਾ ਵੀ ਡੰਡਾ ਹੋਵੇ ਤੇ ਅੱਗੇ ਲਾ ਲਏ ਸਾਰਿਆਂ ਨੂੰ। ਵੀ ਸ੍ਰੀ ਗੁਰੂ ਅਰਜਨ ਦੇਵ ਨੇ ਤਾਂ ਨਾਮ ਲਿਖਿਆ ਨਹੀਂ ਸੁਖਮਨੀ ਸਾਹਿਬ ਦੇ ਉੱਪਰ ਆਪਣਾ, ਤੇ ਤੁਸੀਂ ਕੌਣ ਆ ਗਏ? ਉਹ ਫਲਾਣੇ ਨੇ ਉਹ ਸੇਵਾ ਦਾ ਲਿਖ ਕੇ ਫਰੀ ਸੇਵਾ ਕਰਾਈ ਜੀ, ਥੱਲੇ ਆਪਦੀ ਫਰਮ ਦਾ ਸਾਰਾ ਐਡਰੈਸ ਦੇ ਦੇਣਾ, ਪੇਂਟ ਕਰਾਓ ਜੀ, ਆਹ ਕਰਾਓ ਜੀ, ਉਹ ਕਰਾਓ ਜੀ। ਮਤਲਬ ਮਸ਼ਹੂਰੀ ਵਾਸਤੇ ਗੁਰਬਾਣੀ ਨੂੰ ਲੋਕ ਵਰਤਦੇ ਨੇ, ਬਲਕਿ ਪ੍ਰਲੋਕ ਦੇ ਭਲੇ ਵਾਸਤੇ ਹੈ। ਕੈਲੰਡਰ ਛਪਾ ਕੇ ਉੱਤੇ ਚੌਪਈ ਸਾਹਿਬ, ਜਪਜੀ ਸਾਹਿਬ ਥੱਲੇ ਆਪ ਦਾ ਐਡਰੈਸ ਦੇ ਦਿੰਦੇ, ਪੇਂਟ ਸਟੋਰ, ਹਾਰਡਵੇਅਰ ਸਟੋਰ ਜੀ, ਸੀਮੈਂਟ ਸਟੋਰ ਜੀ। ਉੱਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਹੁੰਦੀ, 100 ਝੂਠ ਮਾਰਨਾ, ਲਿਖ ਦੇਣਾ ਗੁਰੂ ਨਾਨਕ ਜਨਰਲ ਸਟੋਰ। ਕੋਈ ਹੈ ਚੰਗੀ ਗੱਲ? ਬਾਥਰੂਮ ਗੁਰਦੁਆਰੇ ਦੇ ਨੇ, ਗੇਟ ਗੁਰੂ ਘਰ ਦਾ, ਉੱਤੇ ਲਿਖ ਦੇਣਾ HDFC। ਵੀ ਗੁਰਦੁਆਰੇ ਪੈਸੇ ਮੁੱਕ ਗਏ ਨੇ, ਵੀ ਅਸੀਂ ਆਪਦੇ ਕੋਲੋਂ ਬੋਰਡ ਨਹੀਂ ਲਵਾ ਸਕਦੇ। ਜ਼ਰੂਰੀ ਥੋੜ੍ਹੀ ਆ ਵੀ ਕਿਸੇ ਹੋਰ ਕੋਲੋਂ ਸੇਵਾ ਲੈਣੀ। ਅਗਲਾ ਤਾਂ ਸੋਚਦਾ ਵੀ ਸਾਡੀ ਮਸ਼ਹੂਰੀ ਹੋਵੇ, ਇੱਥੇ ਪਬਲਿਕ ਨੇ ਆਉਣਾ ਹੈ। ਸੋ ਆਪਦੇ ਨਾਮ ਦੇ, ਆਪ ਦਾ ਐਡਰੈਸ ਦੇਣਾ, ਮਸ਼ਹੂਰੀ ਐਡਵਰਟਾਈਜ਼ਮੈਂਟ ਕਰਨੀ, ਗੁਟਕੀਆਂ ਦੇ, ਪੋਥੀਆਂ ਦੇ, ਗੁਰੂ ਘਰ ਦੇ ਵਿੱਚ ਬੋਰਡ ਲਾਉਣੇ, ਦੁਕਾਨਾਂ ਲਾਉਣੀਆਂ, ਕਮਰਸ਼ੀਅਲ ਸਭ ਕੁਛ। ਅੱਜ ਕੱਲ੍ਹ ਹਰਬਲ ਦਾ ਬੜਾ ਕੰਮ ਚੱਲਿਆ, ਮੈਂ ਤਾਂ ਜਿਹੜਾ ਵੇਖਦਾ ਭਜਾ ਦਿੰਦਾ, ਭਾਵੇਂ ਸ਼ਿਕਾਇਤ ਕੋਈ ਲਾ ਦੇ ਤਾਂ ਲਾ ਦੇ, ਉੱਥੇ ਜਵਾਬ ਦੇ ਦਿਆਂਗੇ। ਗੁਰਦੁਆਰੇ ਸਾਧ ਸੰਗਤ ਹੈ, ਇਹਨੂੰ ਗੁੰਮਰਾਹ ਕਰੀ ਜਾਣਾ, ਕੈਂਪ ਲਾ ਲਾ ਕੇ ਆਖੇ ਜੀ ਹਰਬਲ ਹੈ ਜੀ, ਤੁਹਾਡਾ ਟੈਸਟ ਕਰਦੇ ਹਾਂ। ਚੰਗੇ ਭਲੇ ਬੰਦੇ ਨੂੰ ਕਹਿਣਾ ਤੇਰੀਆਂ ਹੱਡੀਆਂ ਟੁੱਟ ਜਾਣਗੀਆਂ। ਬੰਦਾ ਪੁੱਛੇ ਤੈਨੂੰ ਕੀ ਫਿਕਰ ਪੈ ਗਿਆ, ਤੂੰ ਆਪਦੇ ਘਰ ਚਾਹ ਪੀ ਜਾ ਕੇ, ਟੁੱਟਣਗੀਆਂ ਸਾਡੀਆਂ ਟੁੱਟਣਗੀਆਂ, ਤੈਨੂੰ ਕਾਹਦਾ ਫਿਕਰ ਹੈ? ਫਿਕਰ ਇਸ ਗੱਲ ਦਾ ਵੀ 20,000 25,000 ਇਹਦੇ ਕੋਲੋਂ ਮੈਂ ਕਮਾਵਾਂ। ਤੂੰ ਆ ਲੈ, ਤੂੰ ਚੰਗਾ ਭਲਾ ਬੰਦਾ, ਉਹਨੂੰ ਖੇ ਖਰਾਬ ਕਰਕੇ ਸੁੱਟ ਦੇਣਗੇ। ਸੋ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਦਵਾਈ ਤਾਂ ਬਿਲਕੁਲ ਹੀ ਖੂਹ 'ਚ ਸੁੱਟ ਦਿਓ। ਲੱਗਦੀ ਵਾਏ ਠੀਕ ਹੈ, ਬੰਦਾ ਮਾਰਿਆ, ਮਾੜੀ ਮੋਟੀ ਗੋਲੀ ਕੋਈ ਡਾਕਟਰ ਦੀ ਸਲਾਹ ਦੇ ਨਾਲ, MBBS ਐਵੇਂ ਡਾਕਟਰ ਨਹੀਂ ਸਨ ਕਰਦੇ। ਮੇਰੇ ਵਰਗੇ ਨੇ ਜਮਾਤ ਇੱਕ ਨਹੀਂ ਪੜ੍ਹੀ, ਕਾਰੋਬਾਰ ਦੇ ਵਿੱਚ ਨਿਗਾਰ ਆ ਗਿਆ, ਬੇਰੁਜ਼ਗਾਰੀ ਆ ਗਈ ਤੇ ਹਰਬਲ ਵੇਚਣ ਲੱਗ ਪਏ। ਦੱਸੋ, ਕੋਈ ਡਿਗਰੀ ਨਹੀਂ, ਕੋਈ ਪੜ੍ਹਾਈ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਗਲੇ ਨੂੰ ਭਾਵੇਂ ਖੁਰਕ ਪੈ ਜਾਏ। ਉਹ ਗਰਮੀ ਸਰਦੀ ਦਾ ਪਹਿਲਾਂ ਹੀ ਮਾਰਿਆ ਹੋਇਆ, ਦਵਾਈਆਂ ਦੇ ਦੇ, ਉਹਦਾ ਦਿਮਾਗ ਖਰਾਬ, ਹਾਰਟ ਅਟੈਕ ਕਈ ਤਾਂ ਮਾਰੀ ਗਏ। ਮੇਰੇ ਸਾਹਮਣੇ ਵੇਖਣ ਦੀਆਂ ਗੱਲਾਂ। ਚੰਗੇ ਭਲੇ ਬੰਦੇ ਦਾ ਸਰੀਰ ਖਰਾਬ ਕਰ ਦੇਣਾ, ਕਾਹਦੇ ਲਈ? ਆਪਦੇ ਪੈਸੇ ਖਾਤਰ। ਤੇ ਇਸ ਵਾਸਤੇ ਆਉਂਦਾ ਜਾਂਦਾ ਕੁਛ ਹੈ ਨਹੀਂ। ਮੈਂ ਬੇਨਤੀ ਕਰ ਰਿਹਾ ਵੀ ਦੁਨੀਆ ਮਸ਼ਹੂਰੀ ਪਿੱਛੇ ਮਰਦੀ ਹੈ। ਗੁਰਬਾਣੀ ਨੂੰ, ਗੁਰਦੁਆਰੇ ਨੂੰ ਆਪਦੇ ਕਾਰੋਬਾਰ ਲਈ, ਪ੍ਰਮੋਸ਼ਨ ਲਈ ਵਰਤਣਾ ਬਿਲਕੁਲ ਨਿਕੰਮਾਪੁਣਾ ਤੇ ਮੂਰਖਤਾਈ ਹੈ। ਗੁਰੂ ਘਰ ਨੂੰ ਉਹ ਜਵਾਬਦੇਹ ਹੈ ਬੰਦਾ ਜਿਹੜਾ ਮਹਾਰਾਜ ਦੀ ਬਾਣੀ ਨੂੰ ਆਪਦੀ ਮਸ਼ਹੂਰੀ ਲਈ ਵਰਤਦਾ, ਗੁਰਦੁਆਰੇ ਆਪਦੇ ਬੋਰਡ ਲਾ ਕੇ ਆਪਦੇ ਨਾਮ ਚਾਹੁੰਦਾ, ਆਪਦਾ ਨਾਮ ਅਨਾਉਂਸ ਕਰਾ ਕੇ ਖੁਸ਼ ਹੋਣਾ ਚਾਹੁੰਦਾ। ਇਹ ਗਲਤ ਬਾਤਾਂ ਨੇ। ਤੇ ਇਸ ਲਈ ਨਾਮ ਹੋਣਾ ਚਾਹੀਦਾ ਰੱਬ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਕਿੰਨਾ ਚੰਗਾ ਹੈ। ਵਾਹਿਗੁਰੂ ਨਾਮ ਦੇ ਨਾਲ ਸ਼ਾਂਤੀ ਆਉਂਦੀ ਹੈ। ਮੂਲ ਮੰਤਰ ਪੜ੍ਹਨ ਦੇ ਨਾਲ ਸੋ ਜਿਹੜਾ ਮਨ ਹੈ ਉਹ ਠੰਡਾ ਠਾਰ ਹੋ ਜਾਂਦਾ ਹੈ।
ਤੇ ਜ਼ਰੂਰੀ ਨਹੀਂ ਵੀ ਮੇਰਾ ਨਾਮ ਸੁਣ ਕੇ ਸਾਰੇ ਖੁਸ਼ ਹੋਣਗੇ, ਕਈ ਈਰਖਾਲੂ ਵੀ ਹੋਣਗੇ। ਤੇ ਇਸ ਲਈ ਇੱਕ ਬੰਦੇ ਦਾ ਨਾਮ ਲੈ ਕੇ ਉਹਦੀ ਉਸਤਤੀ ਕਰਨੀ ਆਪਦੇ ਮਤਲਬ ਵਾਸਤੇ ਇਹ ਕੋਈ ਚੰਗੀ ਬਾਤ ਨਹੀਂ। ਉਸਤਤ ਨਿੰਦਾ ਨਾਨਕ ਜੀ, ਹੇ ਸਤਿਗੁਰੂ ਨਾਨਕ ਦੇਵ ਜੀ, ਆਪਦੇ ਮਤਲਬ ਲਈ ਉਸਤਤ ਕਰਨੀ ਤੇ ਉਸਤਤ ਕਰਾਉਣੀ, ਇਹ ਦੋਵੇਂ ਚੀਜ਼ਾਂ ਮੈਂ ਛੱਡ ਦਿੱਤੀਆਂ। ਨਿੰਦਿਆ ਕਰਨੀ ਤੇ ਬਿਲਕੁਲ ਹੀ ਮੈਂ ਗਵਾ ਦਿੱਤੀ ਹੈ ਜੀ। ਮੈਂ ਅਬ ਵੰਜਾਈ ਅਤੇ ਮੈਂ ਸਾਰਾ ਕੁਝ ਹੋਰ ਪਦਾਰਥ ਆਦਿਕ ਦੀ ਆਪਣਤਾ ਦਾ ਵੀ ਸੋ ਤਿਆਗ ਕਰ ਛੱਡਿਆ ਹੈ, ਹਉਮੈ ਦਾ ਵੀ ਤਿਆਗ ਕਰ ਛੱਡਿਆ ਹੈ। ਛੋੜਿਆ ਹਬ ਕਿਛ ਤਿਆਗੀ। ਹੇ ਗੁਰੂ ਸਾਹਿਬ ਜੀ ਮਹਾਰਾਜ, ਹਬ ਕਿਛ ਤਿਆਗੀ। ਜਦ ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਤ੍ਰਿਸ਼ਨਾ ਰੂਪ ਇਸਤਰੀ ਆਦਿਕ ਸਾਰੇ ਸੰਬੰਧੀ ਮਹਾਰਾਜ ਝੂਠੇ ਜਾਣਗੇ ਛੱਡ ਦਿੱਤੇ ਹਨ। ਸਾਡੇ ਵਿੱਚ ਇਹੀ ਔਗਣ ਹੈ ਕਿ ਅਸੀਂ ਇਹਨਾਂ ਦਾ ਤਿਆਗ ਨਹੀਂ ਕਰਦੇ ਹਾਂ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੋਟੀ, ਨਿਫਲ ਪਾਈ ਸਭ ਸੇਵਾ। ਇਸ ਲਈ ਸਭ ਕੁਝ ਪਹਿਲਾਂ ਔਗਣ ਤਿਆਗਣੇ ਪੈਂਦੇ ਨੇ। ਇਹ ਔਗਣਾਂ ਨੂੰ ਮੈਂ ਸਭ ਕੁਝ ਨੂੰ ਤਿਆਗ ਦਿੱਤਾ ਹੈ ਜੀ। ਹੱਬੇ ਸਾਗ ਕੂੜਾ ਵੇ ਡਿਠੇ। ਇਹ ਮਹਾਰਾਜ, ਮੈਂ ਤ੍ਰਿਸ਼ਨਾ ਰੂਪ ਇਸਤਰੀ ਆਦਿਕ ਸਾਰੇ ਸੰਬੰਧੀ ਤੇ ਜਦ ਮੈਂ ਝੂਠੇ ਵੇਖੇ ਹਨ, ਤਾਉ ਪੱਲੇ ਤੁਹਾਡੇ ਲਾਗੀ। ਤਦੋਂ ਮੈਂ ਤੇਰੇ ਸ਼ਰਨ ਪੱਲੇ ਵਿੱਚ ਲੱਗੀ ਹਾਂ, ਜਾਂ ਤੇਰੇ ਉਪਦੇਸ਼ ਦੁਆਰਾ ਨਾਮ ਰੂਪ ਪੱਲੇ ਵਿੱਚ ਲੱਗੀ ਹਾਂ। ਇਸ ਕਰਕੇ ਆਪ ਹੀ ਮੇਰੀ ਪਤ ਰੱਖਣਾ ਕਰੋ। ਸੋ ਇਹ ਮਹਾਰਾਜ, ਇਹ ਕਲਯੁਗ ਦੇ ਵਿੱਚ ਹੋਰ ਸਭ ਕੁਝ ਪ੍ਰਾਪਤ ਕਰਨਾ ਸੌਖਾ ਹੈ। ਇੱਜ਼ਤ ਬਣਾਉਂਦਿਆਂ ਬੰਦੇ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ। ਫਿਰ ਬਣੀ ਬਣਾਈ ਇੱਜ਼ਤ, ਇਹਨੂੰ ਬਚਾਉਣਾ ਬੜਾ ਔਖਾ ਹੈ। ਸੋ ਸਾਰੇ ਜੀਵਨ ਦੀ ਬਣਾਈ ਇੱਜ਼ਤ 1 ਮਿੰਟ ਦੇ ਵਿੱਚ ਖਤਮ ਹੋ ਸਕਦੀ ਹੈ। ਇਸ ਲਈ ਆਪ ਕਿਰਪਾ ਕਰੋ, ਮੇਰੀ ਇੱਜ਼ਤ ਮੈਨੂੰ ਚਾਹੀਦੀ ਹੈ ਜੀ। ਨਾ ਤਾਂ ਮੈਨੂੰ ਪੈਸਾ ਚਾਹੀਦਾ, ਨਾ ਮੈਨੂੰ ਰੋਟੀ ਚਾਹੀਦੀ ਹੈ। ਮੈਂ ਤੁਹਾਡੇ ਦੁਆਰੇ 'ਤੇ ਆਇਆ ਹਾਂ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਨੂੰ ਇੱਜ਼ਤ ਦਿਓ। ਮੈਂ ਆਪਦੀ ਧੌਣ ਉੱਚੀ ਕਰਕੇ ਮਾਣ ਦੇ ਨਾਲ ਜ਼ਿੰਦਗੀ ਜਿਉ ਸਕਾਂ। ਫਰੀਦ ਸਾਹਿਬ ਜੀ ਨੇ ਇਹੀ ਡਿਮਾਂਡ ਵਾਹਿਗੁਰੂ ਜੀ ਦੇ ਪਾਸੋਂ ਕੀਤੀ ਹੈ। ਫਰੀਦਾ ਬਾਰ ਪਰਾਇਆ ਬੈਸਣਾ, ਰੋਟੀ ਦੇਣੀ ਦਿਓ, ਨਹੀਂ ਦੇਣੀ ਭੁੱਖੇ ਮਾਰ ਦਿਓ, ਮਰ ਜਾਵਾਂਗੇ, ਪਰ ਮੰਗ ਕੇ ਨਹੀਂ ਖਾਵਾਂਗੇ। ਜੇ ਤੁਹਾਨੂੰ ਇਹੀ ਚੰਗਾ ਲੱਗਦਾ ਵੀ ਅਸੀਂ ਮੰਗਦੇ ਰਹੀਏ, ਕਦੀ ਕਿਸੇ ਦੀ ਬੈਲ ਖੜਕਾਓ, ਅਗਲਾ ਕਹੇ ਲੋਕਡਾਊਨ ਹੈ, ਤੇਰੇ ਕੋਲ ਘਰ ਨਹੀਂ ਬੈਠਾ ਜਾਂਦਾ, ਓਏ ਤੂੰ ਸਾਡੇ ਘਰ ਕੀ ਲੈਣਾ ਹੈ, ਬਿਮਾਰੀ ਲੈ ਕੇ ਆ ਗਿਆ, ਦੱਸੋ ਕੋਈ ਇੱਜ਼ਤ ਹੈ ਬੰਦੇ ਦੀ? ਤੇ ਇਸ ਵਾਸਤੇ ਮਹਾਰਾਜ, ਇਹ ਮੇਰੇ ਬੇਨਤੀ ਤੇਰੇ ਚਰਨਾਂ ਵਿੱਚ ਹੈ। ਇੱਕੋ ਹੀ ਬੇਨਤੀ ਹੈ ਵੀ ਮੈਂ ਕਿਸੇ ਦੇ ਘਰ ਨਾ ਜਾਵਾਂ। ਘਰ ਦਾ ਮਤਲਬ ਜਿਹੜੇ ਨੀਤੀਮਾਨ ਰਾਜਨੀਤਿਕ ਬੰਦੇ, ਸੋ ਜਿਨ੍ਹਾਂ ਦਾ ਸੰਬੰਧ ਦੁਨਿਆਵੀ ਹੈ, ਦੁਨਿਆਵੀਆਂ ਦੇ ਨਾਲ ਮੇਰਾ ਕੋਈ ਸੰਬੰਧ ਨਾ ਰਹੇ। ਗੁਰਮਤਿ ਦੀ ਗੱਲ ਸਾਧ ਸੰਗਤ ਦੀ ਵੱਖਰੀ ਹੈ, ਬਾਣੀ ਦੇ ਪ੍ਰੇਮੀ ਉਹ ਗੱਲ ਹੋਰ ਹੈ। ਪਰ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਕਿਸੇ ਦੇ ਕੋਈ ਘਰ ਜਾਂਦਾ ਹੈ, ਤੇ ਜਾਂ ਕਿਸੇ ਨੂੰ ਭੁੱਖ ਹੁੰਦੀ ਹੈ ਮੰਗਣ ਵਾਸਤੇ ਤਾਂ ਕੋਈ ਜਾਂਦਾ। ਤੇ ਇਸ ਵਾਸਤੇ ਜਾਂ ਫਿਰ ਪ੍ਰੇਮ ਹੋਵੇ, ਪ੍ਰੇਮ ਦੀ ਗੱਲ ਤਾਂ ਹੋਰ ਹੈ, ਪਰ ਮੰਗਣ ਵਾਸਤੇ ਨਾ ਮੈਂ ਮਹਾਰਾਜ ਕਿਤੇ ਜਾਵਾਂ ਤੇ ਕਿਸੇ ਕੋਲ ਇਹ ਨਾ ਘਵਾਵਾਂ ਵੀ ਤੁਹਾਡਾ ਤਾਂ ਕੰਮ ਹੀ ਇਹ ਹੈ, ਤੁਹਾਡੇ ਕੋਲ ਬੈਠਾ ਨਹੀਂ ਜਾਂਦਾ। ਫਰੀਦਾ ਬਾਰ ਪੁਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਐ ਮੇਰੇ ਮਾਲਕਾ, ਮੈਂ ਤੈਨੂੰ ਆਪ ਦਾ ਮਾਲਕ ਮੰਨ ਲਿਆ ਹੈ। ਜੇ ਤਾਂ ਮਾਲਕ ਹੋਵੇ ਛੋਟਾ, ਫਿਰ ਤਾਂ ਬੰਦਾ ਮੰਗਣ ਜਾਵੇ। ਜੇ ਮਾਲਕ ਵੱਡਾ ਹੈ ਤੇ ਅਗਲਾ ਸੋਚਦਾ ਵੀ ਇਹਦਾ ਘਰ ਪੂਰਾ ਨਹੀਂ ਹੋਇਆ, ਇਹਨੂੰ ਆਪਦੇ ਘਰੋਂ ਮਿਲਦਾ ਨਹੀਂ, ਤਾਂ ਇਹ ਮੰਗਣ ਚੜਿਆ ਮਾਲਕ ਨੂੰ ਵੀ ਲਾਮਾ ਜਾਂਦਾ ਹੈ। 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ,
ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਕਿਸੇ ਰਾਜਨੀਤਿਕ ਬੰਦੇ ਪਾਸੋਂ ਮੈਂ ਨਾ ਮੰਗਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਇਹ ਸੰਤ ਕਰਤਾਰ ਸਿੰਘ ਖਾਲਸਾ ਨੇ ਪ੍ਰਣ ਕਰਾਇਆ ਸੀਗਾ ਵੀ ਕਿਸੇ ਰਾਜਨੀਤਿਕ ਬੰਦੇ ਦੇ ਦਰਵਾਜ਼ੇ 'ਤੇ ਜਾ ਕੇ ਨਹੀਂ ਖੜਨਾ। ਉਹਨਾਂ ਸਾਰੀ ਉਮਰ ਇਹ ਨਿਯਮ ਨਿਭਾਇਆ। ਠੀਕ ਹੈ, ਗੁਰੂ ਘਰ ਦੇ ਪ੍ਰੇਮੀ ਸੰਗਤ ਸ਼ਰਧਾਵਾਨ, ਸਾਡਾ ਸੰਬੰਧ ਗੁਰੂ ਦੀ ਬਾਣੀ ਦੇ ਗੁਰੂ ਨਾਲ ਹੈ। ਜਿੱਥੇ ਸਾਡਾ ਗੁਰੂ ਹੈ ਜਾਂ ਬਾਣੀ ਦਾ ਕਥਾ ਕੀਰਤਨ ਜਾਂ ਪਿਆਰ ਦੀ ਸੰਗਤ ਹੈ, ਉੱਥੇ ਤਾਂ ਬਿਨ ਬੁਲਾਏ ਵੀ ਜਾਣ ਦਾ ਕੋਈ ਹਰਜ ਨਹੀਂ, ਕਿਉਂਕਿ ਸੰਗਤ ਜੂ ਆ। ਅਤੇ ਪਰ ਆਪਦੇ ਮਤਲਬ ਵਾਸਤੇ ਰਾਜਨੀਤਿਕ ਬੰਦਿਆਂ ਦੇ ਪਿੱਛੇ ਪਿੱਛੇ ਫਿਰਨਾ ਕੋਈ ਚੰਗੀ ਗੱਲ ਨਹੀਂ। ਮਾਤਾ ਪ੍ਰੀਤਮ ਕੌਰ ਉਹਨਾਂ ਤੋਂ ਵੀ ਜ਼ਿਆਦਾ ਸਖਤ ਸੀਗੇ, ਬਾਬਾ ਜਰਨੈਲ ਸਿੰਘ ਤੋਂ ਵੀ। ਅਤੇ ਮੈਂ ਕਿਹਾ ਮਾਤਾ ਵੀ ਹੁਣ ਸੰਤ ਤਾਂ ਚਲੇ ਗਏ, ਵੀ ਬੱਚਿਆਂ ਦਾ ਕਿਵੇਂ? ਕਹਿੰਦੀ ਪੁੱਤ ਇਹ ਵੀਰ, ਮੈਂ ਆਪਦੇ ਪੁੱਤਾਂ ਨੂੰ ਇਹ ਗੱਲ ਸਮਝਾਈ ਵੀ ਪੁੱਤ ਕਿਸੇ ਦੇ ਦਰਵਾਜ਼ੇ 'ਤੇ ਜਾ ਕੇ ਨਹੀਂ ਖੜਨਾ। ਤੁਸੀਂ ਸੰਤ ਜਰਨੈਲ ਸਿੰਘ ਦੇ ਪੁੱਤੋ ਭੁੱਖੇ ਮਰ ਜਾਈਏ, ਰੁੱਖੀ ਮਿੱਸੀ ਖਾ ਲਈਏ, ਪਰ ਕਿਸੇ ਦੇ ਕੋਲ ਜਾ ਕੇ ਕੋਈ ਅਹੁਦਾ ਨਹੀਂ ਮੰਗਣਾ, ਕੋਈ ਮਾਣ ਮਰਾਤਬਾ, ਕੋਈ ਸਰੋਪਾ ਜਾਂ ਕੋਈ ਪੈਸੇ ਦਾ ਲਿਫਾਫਾ ਜਾਂ ਕੋਈ ਕਿਸੇ ਕੋਲ ਡਿਮਾਂਡ ਨਹੀਂ ਕਰਨੀ। ਅਤੇ ਸੱਚਮੁੱਚ ਆਪਦੀ ਬੁੱਕਲ 'ਚ ਉਹਨਾਂ ਆਪਦੇ ਪੁੱਤਾਂ ਨੂੰ ਗਰੀਬੀ 'ਚ ਅਮੀਰ ਜਿੰਨਾ ਕੁਛ ਹੋਇਆ ਉਹਨੇ ਸਾਂਭਿਆ, ਅਤੇ ਉਹ ਆਪਦੇ ਕਾਰੋਬਾਰ ਕਰਦੇ ਨੇ। ਕਹਿੰਦੀ ਕਿਸੇ ਨੀਤੀਵਾਨ ਬੰਦੇ ਮਗਰ ਨਹੀਂ ਮੈਂ ਲੱਗਣ ਦਿੱਤਾ, ਚੜ੍ਹਦੀ ਕਲਾ 'ਚ ਰਹੀ ਆ ਉਹ। ਇੱਕ ਇੰਦਰਜੀਤ ਸਿੰਘ ਭਾਈ ਸਾਹਿਬ ਮੇਰੇ ਹੁੰਦਿਆਂ ਮਾਲਟਨ ਮੈਂ ਹੈੱਡ ਗ੍ਰੰਥੀ ਸੀਗਾ। ਇੱਕ ਸਰਦਾਰ ਦੀ ਫੈਕਟਰੀ ਦੇ ਵਿੱਚ ਉਹ ਨੌਕਰੀ ਕਰਦਾ ਸੀ। ਸਰਦਾਰ ਇਹਨਾਂ ਚੰਗਾ ਉਹਨੇ ਕਹਿਣਾ ਵੀ ਚੁੱਪ ਕਰਕੇ ਬੈਠੇ ਰਹੋ ਕੁਰਸੀ 'ਤੇ, ਆ ਜਾਇਆ ਕਰੋ, ਤੁਹਾਡੇ ਦਰਸ਼ਨਾਂ ਜੀ ਇੰਨਾ ਬਾਲਿਆ ਵੀ ਮੇਰੀ ਫੈਕਟਰੀ ਨੂੰ ਭਾਗ ਲੱਗ ਜਾਂਦੇ ਨੇ। ਮਹਾਂਪੁਰਖਾਂ ਦਾ ਸਤਿਕਾਰ ਸੀਗਾ। ਠੀਕ ਹੈ, ਨਿਯਮ ਹੈ ਕਾਰੋਬਾਰ ਨੌਕਰੀ ਕਰਨ ਦਾ, ਪਰ ਉਹ ਇੰਨਾ ਸਤਿਕਾਰ ਕਰਦਾ, ਕਹਿੰਦਾ ਵੀ ਕੰਮ ਨਹੀਂ ਕਰਨਾ, ਪਰ ਉਹ ਜਾਣਾ ਜ਼ਰੂਰ, ਉਹਨੇ ਕਿਰਤ ਜ਼ਰੂਰ ਕਰਨੀ। ਈਸ਼ਰ ਸੋ ਜਲੰਧਰ ਆਪਦੀ ਕਿਰਤ ਕਰਦਾ। ਐਵੇਂ ਮਗਰ ਮਗਰ ਤੁਰੇ ਫਿਰਨਾ ਸਾਧੂਆਂ ਸੰਤਾਂ ਦੇ, ਪਖੰਡੀ ਬਾਬਿਆਂ ਦੇ, ਨੀਤੀਵਾਨ ਬੰਦਿਆਂ ਦੇ। ਕਿਸੇ ਨੇ ਕੁਝ ਦੇ ਦੇਣਾ ਸਾਨੂੰ ਦੱਸੋ? ਮਾਨੋ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋਈ ਕਹਿ ਭਗਵਾਨ। ਕੰਮ ਪਰਮਾਤਮਾ ਦੇ ਗੁਰੂ ਨੇ ਆਉਣਾ, ਜਿੰਨਾ ਮਰਜ਼ੀ ਕਿਸੇ ਕੋ ਤਰਲੇ ਮਾਰ ਦਿਓ, ਕਿਸੇ ਕੰਮ ਨਹੀਂ ਹੋਣਾ। ਅਤੇ ਇਸ ਲਈ ਮਰਨੀ ਮਰ ਜਾਓ, ਪਰ ਮੰਗਣ ਨੂੰ ਜ਼ਹਿਰ ਸਮਝੋ। ਜ਼ਹਿਰ ਖਾ ਕੇ ਮਰ ਜੇ ਅਤੇ ਪਰ ਮੰਗੇ ਨਾ। ਫਰੀਦ ਨੇ ਇਹ ਗੱਲ ਮੰਗੀ ਹੈ ਮਹਾਰਾਜ ਦੇ ਚਰਨਾਂ 'ਚੋਂ। ਫਰੀਦਾ ਬਾਰ ਪੁਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰੱਖ ਸੀ। ਪਰ ਜੇ ਤੂੰ ਮਹਾਰਾਜ ਇਹ ਚਾਹੁੰਦਾ ਵੀ ਅਸੀਂ ਮੰਗ ਕੇ ਹੀ ਖਾਂਦੇ ਰਹੀਏ, ਸਾਡਾ ਆਪਦਾ ਕੁਛ ਵੀ ਨਾ ਹੋਏ, ਤੇਰੇ ਅੱਗੇ ਤਲਵਾਰ ਪਈ ਹੈ, ਇਹਦਾ ਕੀ ਕਰਨਾ? ਇਹਨੂੰ ਫੜ ਅਤੇ ਮੱਥਾ ਟੇਕਣ ਅਤੇ ਸਿਰ ਚੁੱਕਣ ਤੋਂ ਪਹਿਲਾਂ ਸਾਡਾ ਸਿਰ ਵੱਢ ਕੇ ਆਪਦੇ ਚਰਨਾਂ ਸੁੱਟ ਲਾ, ਅਸੀਂ ਤੇਰੇ ਕੋਲ ਮਰੇ ਚੰਗੇ ਹਾਂ। ਸੋ ਕਬੀਰ ਸਾਹਿਬ ਨੇ ਆਖਿਆ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਮਾਤਾ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਿਉਂਕਿ ਤੇਰੇ ਦਰ ਦੇ ਮੰਗਤੇ ਬਣੇ ਰਹੀਏ। ਤੋ ਇਸ ਲਈ ਸਾਡੀ ਜਾਨ ਨੂੰ ਲੈ ਲਾ, ਆਪਾਂ ਮਰੇ ਚੰਗੀਆਂ, ਪਰ ਜੇ ਜਿਉਂਦੇ ਰੱਖਣਾ ਤਾਂ ਇੱਜ਼ਤ ਦੀ ਰੋਟੀ ਚਾਹੀਦੀ ਹੈ, ਭਾਵੇਂ ਇੱਕ ਬੁਰਕੀ ਦੇ ਭਾਵੇਂ ਅੱਧੀ ਦੇ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ ਉਹਨਾਂ ਦਾ ਖਾਣਾ ਹਰਾਮ ਹੈ, ਜਿਨ੍ਹਾਂ ਦੀ ਇੱਜ਼ਤ ਨਹੀਂ ਹੈ। ਮਹੱਲਾ ਪਹਿਲਾ ਸ਼ਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹੜਾ ਨਾਮ ਜਪ ਕੇ ਜ਼ਿੰਦਗੀ ਜਿਉਣੀ ਹੈ, ਮਨ ਵਿੱਚ ਵਾਹਿਗੁਰੂ ਦਾ ਨਾਮ ਸੁਣਾ, ਇਹੀ ਜ਼ਿੰਦਗੀ ਹੈ। ਨਾਨਕ ਅਵਰ ਨਾ ਜੀਵੈ ਕੋਏ, ਹੋਰ ਕੋਈ ਜ਼ਿੰਦਗੀ ਨਹੀਂ। ਜੇ ਜੀਵੇ ਪਤ ਲੱਥੀ ਜਾਏ, ਜੇਕਰ ਕੋਈ ਜਿਉਂਦਾ ਤਾਂ ਹੈ ਪਰ ਉਹਦੀ ਆਪਦੀ ਇੱਜ਼ਤ ਗਵਾਚ ਗਈ, ਟੁਰ ਗਈ ਤਾਂ ਸਭ ਹਰਾਮ, ਜੇਤਾ ਉਹਦਾ ਖਾਣਾ ਸਭ ਕੁਛ ਹਰਾਮ ਹੈ। ਸ਼ਹੀਦ ਭਾਈ ਬੇਅੰਤ ਸਿੰਘ ਸਤਵੰਤ ਸਿੰਘ, ਜਿਨ੍ਹਾਂ ਨੇ ਕੌਮ ਦੀ ਡਿੱਗੀ ਪੱਗ ਨੂੰ ਮਿੱਟੀ ਵਿੱਚ ਰੋਲਦੀ ਹੋਈ ਨੂੰ ਕੌਮ ਦੇ ਸਿਰ 'ਤੇ ਰੱਖਿਆ, ਆਪਦੀ ਇੱਜ਼ਤ ਆਪਦੇ ਹੱਥੀਂ ਬਚਾਈ। ਮੌਕੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਜਿਹਨੇ 3 ਜੂਨ ਤੋਂ 6 ਜੂਨ ਤੱਕ 3 ਦਿਨ ਲਗਾਤਾਰ 78 ਕਹਿੰਦੇ ਗੋਲੀਆਂ ਗੋਲੇ ਬਰਸਾ ਕੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ, ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ। 153 ਦਿਨ ਦੀ ਮੋਹਲਤ ਹੁੰਦੀ ਹੈ ਹਰਿਮੰਦਰ ਸਾਹਿਬ ਦੇ ਪਾਪੀ ਦੀ। ਅੱਜ ਤੱਕ 4 ਪੰਜਾਂ ਨੇ ਹਮਲਾ ਕਰਨ ਦਾ ਹੀਆ ਕੀਤਾ। 153 ਦਿਨ ਤੋਂ 54ਵਾਂ ਦਿਨ ਦਾ ਸੂਰਜ ਨਹੀਂ ਵੇਖ ਸਕੇ। 53 ਦਿਨ ਦੇ ਅੰਦਰ ਅੰਦਰ ਹੀ ਉਹ ਮਰੇ ਨੇ, ਭਾਵੇਂ ਉਹ ਮੱਸਾ ਰੰਗੜ ਸੀ ਜਾਂ ਯਾਹੀਆ ਖਾਨ ਸੀਗਾ
ਜਾਂ ਜ਼ਕਰੀਆ ਕੋਈ ਵੀ ਸੀਗਾ, ਤਾਂ ਇਹਨੂੰ ਵੀ 153 ਦਿਨਾਂ ਦੇ ਅੰਦਰ ਅੰਦਰ ਕੀਤੀ ਦਾ ਫਲ ਭੁਗਤਾਇਆ ਔਰ ਕੌਮ ਦੀ ਇੱਜ਼ਤ ਬਚਾਈ। ਸੋ ਜਿਨ੍ਹਾਂ ਸ਼ਹੀਦਾਂ ਦੇ ਹੱਥ ਸਾਡੀ ਇੱਜ਼ਤ ਹੈ, ਉਹਨਾਂ ਦੇ ਪਾਵਨ ਸਥਾਨ 'ਤੇ ਬੈਠ ਕੇ ਆਪ ਕਥਾ ਸਰਵਣ ਕਰ ਰਹੇ ਹੋ। ਸੋ ਪ੍ਰਣਾਮ ਸ਼ਹੀਦਾਂ ਨੂੰ। ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਭਰ ਕਰ ਜਾਤ ਨਾ ਸੋਹੀ। ਸੋ ਸਾਹਿਬ ਰਹਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ। ਸੋ ਆਪਦੇ ਮਤਲਬ ਲਈ ਕਿਸੇ ਦੀ ਝੋਲੀ ਚੁੱਕਣੀ, ਉਸਤਤੀ ਕਰੀ ਜਾਣੀ, ਜਿਹਦੇ ਨਾਲ ਨਹੀਂ ਬਣੀ ਉਹਦੀ ਨਿੰਦਿਆ ਕਰੀ ਜਾਣੀ, ਇਤਿਆਦਿਕ ਮੈਂ ਸਾਰੇ ਔਗਣ ਗਵਾ ਦਿੱਤੇ ਹਨ। ਛੋੜਿਆ ਹੱਬ ਕਿਜ ਤਿਆਗੀ। ਇਹ ਵਿਕਾਰ ਆਦਿਕ ਸਾਰੇ ਔਗਣ ਮੈਂ ਛੱਡ ਦਿੱਤੇ ਨੇ, ਸਭ ਕੁਝ ਤਿਆਗ ਦਿੱਤਾ ਹੈ। ਆਪੇ ਸਾਕ ਕੂੜਾ ਵੇ ਡਿਠੇ। ਸਾਰੇ ਸਾਕ ਮੈਂ ਝੂਠੇ ਡਿਠੇ ਹਨ। ਹੀ ਵਾਹਿਗੁਰੂ ਜੀ। ਤੋ ਪੱਲੇ ਤੁਹਾਡਾ ਲਾਗੀ। ਤਾਂ ਮੈਂ ਤੇਰੇ ਪੱਲੇ ਸ਼ਰਨ ਸਿੱਖੀ ਰੂ ਪੱਲੇ ਦੇ ਵਿੱਚ ਲੱਗੀ ਹੋਈ ਹਾਂ। ਸ਼ਹੀਦ ਊਧਮ ਸਿੰਘ ਸਾਹਿਬ ਜਿਹੜੇ ਸਨਾਮ ਦੇ ਰਹਿਣ ਵਾਲੇ ਸਨ, ਇਹਨਾਂ ਦੀ ਮਾਂ ਵੀ ਮਰ ਗਈ ਅਤੇ ਪਿਓ ਨੇ ਰੇਲਵੇ 'ਚ ਨੌਕਰੀ ਕਰਦੇ ਸਨ, ਆਪਦੇ ਸਾਥੀ ਨੂੰ ਸੌਂਪ ਦਿੱਤਾ, ਉਹ ਵੀ ਚੜ੍ਹਾਈ ਕਰ ਗਏ। ਅਤੇ ਉਹਨੇ ਯਤੀਮ ਜਾਣ ਕੇ ਕਿ ਵਿੱਦਿਆ ਪੜ੍ਹੂਗਾ, ਯਤੀਮਖਾਨਾ ਸੈਂਟਰਲ ਯਤੀਮਖਾਨਾ ਡਾਕਟਰ ਭਾਈ ਵੀਰ ਸਿੰਘ ਦੇ ਨਾਮ 'ਤੇ ਪੁਤਲੀ ਘਰ ਚੌਂਕ ਚੱਲਦਾ ਸੀਗਾ, ਅੱਜ ਵੀ ਹੈ। ਮੈਂ ਕੀਰਤਨ ਸਿੱਖਣ ਉੱਥੇ ਜਾਂਦਾ ਰਿਹਾ। ਉੱਥੇ ਸ਼ਹੀਦ ਊਧਮ ਸਿੰਘ ਨੂੰ ਭਰਤੀ ਕਰਾਤਾ। ਛੋਟੀ ਜਿਹੀ ਉਮਰ ਸੀਗੀ। ਜਲ੍ਹਿਆਂਵਾਲੇ ਬਾਗ 1919 'ਚ ਗੋਲੀ ਚੱਲੀ ਤਾਂ ਬੱਚਿਆਂ ਦੀ ਡਿਊਟੀ ਲਾਈ ਗਈ। ਬੱਚਿਆਂ ਦੇ ਮਨ ਉੱਪਰ ਜਦੋਂ ਅਸਰ ਹੋ ਜਾਏ ਉਹਨੂੰ ਕੋਈ ਮੇਟ ਨਹੀਂ ਸਕਦਾ, ਇਸ ਲਈ ਮੌਤ ਦਾ ਤਾਂਡਵ ਨਾਚ ਬੱਚਿਆਂ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ। ਮਰਿਆਂ ਦੀਆਂ ਲਾਸ਼ਾਂ ਚੁੱਕੀਆਂ, ਖੂਨ ਦੇ ਨਾਲ ਲਿਬੜੀਆਂ, ਕੱਪੜੇ ਲੀੜੇ, ਬੜੀ ਬੁਰੀ ਹਾਲਤ। ਸ਼ਹੀਦ ਊਧਮ ਸਿੰਘ ਦੇ ਮਨ ਦੇ ਉੱਪਰ ਬੜੀ ਚੋਟ ਲੱਗੀ ਕਿ ਇਹਦੇ ਨੂੰ ਮਰ ਜਾਣਾ ਹੀ ਚੰਗਾ ਹੈ। ਸਾਡੀ ਕੌਮ ਦੀ ਕਿੰਨੀ ਬਦਤਰ ਹਾਲਤ ਹੋ ਰਹੀ ਹੈ। ਬੱਚੇ ਬਜ਼ੁਰਗ ਵਿਚਾਰੇ, ਖੂਹ ਭਰ ਗਿਆ ਸੀ ਲਾਸ਼ਾਂ ਦੇ ਨਾਲ। ਇਹ ਗੋਰੇ ਕਿੰਨੇ ਮਾੜੇ, ਕਿੰਨੇ ਗੰਦੇ ਨੇ, ਜਿਨ੍ਹਾਂ ਸਾਡੇ ਦੇਸ਼ ਦੇ ਵਿੱਚ ਕਿੰਨਾ ਕਤਲੇਆਮ ਕੀਤਾ ਹੈ। ਸ਼ਹੀਦਾਂ ਦੇ ਖੂਨ ਦੀ ਨਾਲ ਲਿਬੜੀ ਮਿੱਟੀ ਨੂੰ ਮੱਥੇ 'ਤੇ ਲਾ ਕੇ ਸਹੁੰ ਖਾਧੀ ਵੀ ਉਹਨਾਂ ਚਿਰ ਮੈਂ ਸੁੱਖ ਦੀ ਨੀਂਦੇ ਨਹੀਂ ਸੋਵਾਂਗਾ, ਚੈਨ ਨਾਲ ਨਹੀਂ ਜੀਵਾਂਗਾ, ਜਿੰਨਾ ਚਿਰ ਇਹਨਾਂ ਸ਼ਹੀਦਾਂ ਦਾ ਬਦਲਾ ਨਾ ਲੈ ਲਵਾਂ। ਪਤਾ ਕਰ ਲਿਆ ਵੀ ਜਨਰਲ ਡਾਇਰ ਦੀ ਸਾਰੀ ਕਾਲੀ ਕਰਤੂਤ ਹੈ। ਜਾ ਬੜੋਚਾ ਲੰਡਨ ਸ਼ਹਿਰ ਦੇ ਵਿੱਚ, ਉਹਦੀ ਸਮਾਧ ਲੰਡਨ ਉੱਥੇ ਜੇਲ੍ਹ ਦੇ ਵਿੱਚ ਹੀ ਬਣੀ ਹੋਈ ਹੈ। ਸਨਾਮ ਦਾ ਰਹਿਣ ਵਾਲਾ ਸ਼ਹੀਦ ਊਧਮ ਸਿੰਘ। ਸੋ ਇਹੋ ਜਿਹੇ ਸ਼ਹੀਦਾਂ ਨੂੰ ਨਮਸਕਾਰ ਹੈ, ਜਿਨ੍ਹਾਂ ਆਪ ਇੱਜ਼ਤ ਦੀ ਖਾਧੀ ਅਤੇ ਇੱਜ਼ਤ ਨਾਲ ਖਾਣ ਦੀ ਜਾਚ ਦੱਸੀ ਔਰ ਕੌਮ ਦੀ ਇੱਜ਼ਤ ਨੂੰ ਬਚਾ ਕੇ ਆਪ ਦੀ ਜਿੰਦੜੀ ਵਾਰ ਗਏ। ਉਹਨਾਂ ਦਾ ਨਾਮ ਅਮਰ ਰਹੇਗਾ। ਇਹ ਜਿਨ੍ਹਾਂ ਦੇ ਅਸਥਾਨ 'ਤੇ ਬੈਠੇ ਆ, ਇਹਨਾਂ ਵੀ ਆਪ ਦੀ ਇੱਜ਼ਤ, ਕੌਮ ਦੀ ਇੱਜ਼ਤ ਖਾਤਰ ਗੋਰਿਆਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਜਾਨ ਤਾਂ ਵਾਰਤੀ, ਪਰ ਉਹਨਾਂ ਅੱਗੇ ਗੋਡੀਆਂ ਨਹੀਂ ਟੇਕੀਆਂ, ਹੱਥ ਨਹੀਂ ਅੱਡੇ। ਜਿੰਨਾ ਅੱਡੇ ਅਤੇ ਉਹਨਾਂ ਦੇ ਕਿਲੇ ਵੀ ਕਿਹੜੇ ਰਹੇ ਨੇ, ਖੰਡਰਾਤ ਬਣੇ ਹੋਏ ਨੇ। ਰਾਜ ਭਾਗ ਹਮੇਸ਼ਾ ਥੋੜ੍ਹਾ ਰਹਿੰਦਾ ਹੈ। ਨਿਆਣੇ ਇਹੋ ਜਿਹੇ ਜੰਮ ਪੈਂਦੇ, ਸ਼ਰਾਬੀ ਕਬਾਬੀ ਖੇਹ ਖਰਾਬ ਕਰਕੇ ਸਗੋਂ ਦੁਖੀ ਕਰਦੇ ਨੇ, ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਨਹੀਂ ਰਹਿੰਦੀ। ਤੇ ਇਸ ਵਾਸਤੇ ਇੱਜ਼ਤ ਹੀ ਸਭ ਤੋਂ ਮਹਾਨ ਹੈ। ਕਿਸੇ ਗੋਰੇ ਨੇ ਬੜੀ ਸੋਹਣੀ ਕਹਾਵਤ ਬਣਾਈ ਹੈ। ਉਹ ਕਹਿੰਦੇ ਨੇ, ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ। ਧਨ ਗਿਆ, ਸਮਝ ਲਓ ਕੁਝ ਨਹੀਂ ਗਿਆ। ਬੰਦਾ ਜਿਉਂਦਾ ਹੋਣਾ ਚਾਹੀਦਾ। ਪੈਸਾ ਵਾਰ ਦਿਓ, ਆਪਦੀ ਜ਼ਿੰਦਗੀ ਬਚਾਓ, ਆਪਦੇ ਟੱਬਰ ਨੂੰ ਬਚਾਓ। ਪੈਸਾ ਜਿਉਂਦੇ ਹੋ ਤੁਸੀਂ, ਰੱਬ ਨੇ ਹੱਥ ਦਿੱਤੇ, ਜਿੰਨਾ ਮਰਜ਼ੀ ਕਮਾ ਸਕੋਗੇ। ਪੈਸਾ ਗਿਆ ਉਹ ਜਣੇ, ਹਾਰਟ ਅਟੈਕ ਨਹੀਂ ਹੋਣਾ ਚਾਹੀਦਾ। ਦਿਲ 'ਤੇ ਗੱਲ ਨਾ ਲਾਓ, ਜਾਂਦਾ ਜਾਣ ਦਿਓ। ਮਿਹਨਤ ਕਰੋ, ਦਬਲ ਕੇ ਕਮਾਈ ਕਰੋ। ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਜੇ ਤੁਹਾਡੀ ਸਿਹਤ ਗਈ, ਸਮਝ ਲਓ ਕੁਛ ਚਲਾ ਗਿਆ। ਇਸ ਲਈ ਆਪਦੀ ਤੰਦਰੁਸਤੀ ਬਣਾਈ ਰੱਖੋ। ਪੈਸਾ ਰੁੜਦਾ ਰੁੜਨ ਦਿਓ, ਜਿਹੜਾ ਨੁਕਸਾਨ ਹੁੰਦਾ ਹੋਣ ਦਿਓ। ਤੋ ਨਹੀਂ ਕਿਸ਼ਤ ਤਰੀ ਤਾਂ ਉਹ ਜਣੇ ਆਪੇ ਕਾਰੋਬਾਰ ਅੱਗੇ ਚੱਲ ਪਊਗਾ, ਪਰ ਬਿਮਾਰੀ ਤੋਂ ਬਚੋ। ਆਪਦੀ ਸਿਹਤ ਨੂੰ ਸੇਫ ਰੱਖੋ।
So wealth is lost, nothing is lost, health is lost, something is lost, पर character is lost, everything is lost। ਇਹ ਚੀਜ਼ ਗਈ ਤਾਂ ਕੁਛ ਨਹੀਂ ਰਿਹਾ, ਇਹਦੀ ਕੋਈ ਕੀਮਤ ਨਹੀਂ ਹੈ, ਨਾ ਲੱਖਾਂ ਨਾ ਕਰੋੜਾਂ, ਕਿਸੇ ਵੀ ਕੀਮਤ ਦੇ ਨਾਲ ਇਸ ਨੂੰ ਬਚਾਉਣਾ ਕਠਿਨ ਹੈ। ਇਸ ਵਾਸਤੇ ਸੋ हे ਮਹਾਰਾਜ, ਮੇਰੀ ਇੱਜ਼ਤ ਆਪਦੇ ਹੱਥ ਹੈ, ਇਹੀ ਅਰਦਾਸ ਹੈ कि आप इज्जत पात रखो जी। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਇਹ ਜਿਹੜਾ ਸ਼ਬਦ ਸੰਪੂਰਨ ਹੋਇਆ ਹੈ, ਇਹਦੇ ਵਿੱਚ ਅੰਤਰੀਵ ਸਿੱਖਿਆ ਤਾਂ ਹੈ ਹੀ ਹੈ, ਕਿਉਂਕਿ ਗੁਰਬਾਣੀ ਅੰਤਰੀਵ ਟੋਕਦੀ ਹੈ, ਤੇ ਪ੍ਰਤੱਖ ਸਿੱਖਿਆ ਵੀ ਹੈ ਕਿ ਅੱਜ ਵਿਆਹ ਤੇ ਭਲਕੇ ਤਲਾਕ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਸ ਬੀਬੀ ਨੇ ਆਨੰਦ ਕਾਰਜ ਕਰਾਇਆ ਹੈ, ਸੰਗਤ ਦੇ ਵਿੱਚ ਇਹ ਮਰਜ਼ਾਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਕਾਇਦਾ ਹੀ ਬੀਬੀ ਪ੍ਰਣ ਕਰਦੀ ਹੈ ਆਪਦੇ ਪਤੀ ਦੇ ਨਾਲ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਜ ਤਿਆਗੀ, ਹੱਬੇ ਸਾ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਤੇ ਇਹ ਬੀਬੀ ਵੱਲੋਂ ਪ੍ਰਣ ਕੀਤਾ ਜਾਂਦਾ ਹੈ ਕਿ ਮੈਂ ਕਿਸੇ ਵੀ ਕੀਮਤ 'ਤੇ ਤੈਨੂੰ ਤਿਆਗਾਂਗਾ ਨਹੀਂ, ਆਪਦਾ ਸਭ ਕੁਝ ਛੱਡ ਕੇ ਤੇਰੀ ਤਰੱਕੀ ਬਾਰੇ ਸੋਚਾਂਗੇ। ਤੇ ਤਲਾਕ ਵਾਲੀ ਭਾਵਨਾ ਨਹੀਂ ਹੋਣੀ ਚਾਹੀਦੀ, ਲੜਾਈ ਝਗੜਾ ਹੁੰਦਾ 100 ਵਾਰ ਹੁੰਦਾ, ਬੈਠ ਕੇ ਫੈਸਲਾ ਹੋਣਾ ਚਾਹੀਦਾ, ਜਾਂ ਦੋ ਰਿਸ਼ਤੇਦਾਰ ਮਾਂ ਪਿਓ ਇਕੱਠੇ ਕਰਕੇ। ਤੋ ਪਤੀ ਵੱਲੋਂ ਵੀ ਪ੍ਰਣ ਹੈ ਕਿ ਹਰ ਛੋੜਨ ਸੇ ਦੁਰਜ ਨਾ ਪੜੇ ਦੋਜਕ ਕੈ ਸੋਲ। ਜਿਸ ਤਰ੍ਹਾਂ ਹਰੀ ਨੂੰ ਛੱਡਣ ਵਾਲੇ ਬੇਮੁਖ ਬੰਦੇ ਦੋਜਕਾਂ ਦੀ ਅੱਗ ਵਿੱਚ ਸੜ ਕੇ ਮਰਦੇ ਨੇ, ਜੇ ਮੈਂ ਤੈਨੂੰ ਬੇਦੋਸ਼ੀ ਨੂੰ ਤਿਆਗਾਂ ਤਾਂ ਮੈਂ ਵੀ ਨਰਕਾਂ ਦੀ ਅੱਗ ਦੇ ਵਿੱਚ ਪਾਵਾਂ। ਸੋ ਇਹਨਾਂ ਬੀਬੀਆਂ ਦੇ ਵਿੱਚ ਸੀਤਾ ਜੀ ਦਾ ਨਾਮ, ਅਨਸੂਆ ਦਾ ਨਾਮ ਜ਼ਿਕਰਯੋਗ ਆਉਂਦਾ ਹੈ ਕਿ ਬਨੋਵਾਸ ਇਕੱਲੇ ਰਾਮ ਜੀ ਨੂੰ ਹੋਇਆ, ਪਰ ਸੀਤਾ ਜੀ ਨੇ ਉਹਨਾਂ ਦਾ ਸਾਥ ਨਿਭਾਇਆ। ਤੋ ਇੰਜ ਆਨੰਦ ਕਾਰਜ ਦਾ ਮਤਲਬ ਕੋਈ ਖੇਡ ਨਹੀਂ ਹੈ, ਇਹਦਾ ਮਤਲਬ ਗੁਰੂ ਦੇ ਅੱਗੇ ਸੰਗਤ ਦੇ ਸਨਮੁਖ ਪ੍ਰਣ ਕਰਨ ਦਾ ਹੈ। ਤੋ ਜਿਹੜਾ ਪ੍ਰਣ ਸੰਗਤ ਦੇ ਵਿੱਚ ਜਿੰਨਿਆਂ ਦੇ ਵਿੱਚ ਕੀਤਾ ਗਿਆ, ਘੱਟੋ ਘੱਟ 300-400 ਜਾਂ 500 ਬੰਦਾ ਤਾਂ ਹੁੰਦਾ ਹੀ ਆ ਵਿਆਹ ਦੇ ਵਿੱਚ, ਜਾਂ ਤੇ ਉਹਨੇ ਬੰਦੇ ਇਕੱਠੇ ਕਰੋ, ਫਿਰ ਦੁਬਾਰ ਤੋਂ ਜੇ ਤਲਾਕ ਲੈਣਾ ਨਾ, ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਓ, ਤੇ ਸਿੱਧੀਆਂ ਗੇੜੀਆਂ ਤੁਸੀਂ ਲਈਆਂ ਪੁੱਠੀਆਂ ਲਾਓ। ਫਿਰ ਮਤਲਬ ਤਾਂ ਉਹੀ ਹੈ ਨਾ, ਆਪਦਾ ਬਚਨ ਕਰਕੇ ਮੁੱਕਰਨਾ। ਪ੍ਰਣ ਇੱਥੇ ਕੀਤਾ 500 ਬੰਦਿਆਂ ਦੇ ਵਿੱਚ, ਸੰਗਤ ਦੇ ਵਿੱਚ ਇਹਨਾਂ ਲੱਖਾਂ ਦੇ ਹਿਸਾਬ ਨਾਲ ਬਰਬਾਦੀ, ਤੇ ਮਿੰਟ 'ਚ ਜੱਜ ਕੋਲ ਜਾ ਕੇ ਸਾਈਨ ਕਰਕੇ ਹੋ ਗਿਆ ਤੇ ਹੋ ਗਿਆ। ਲੜਾਈ ਆਪਦੀ ਹੈ, ਭੁਗਤਾਉਣਾ ਬੱਚਿਆਂ ਨੂੰ, ਇਹ ਕਿੱਧਰ ਦੀ ਦਿਆਨਤਦਾਰੀ ਹੈ। ਤੋ ਕਿਸੇ ਵੀ ਕੀਮਤ 'ਤੇ ਘਰ ਨਹੀਂ ਟੁੱਟਣ ਦੇਣਾ ਚਾਹੀਦਾ। ਸਗੋਂ ਕਿ ਜੱਜ ਵੀ 6 ਮਹੀਨੇ ਸਾਲ ਦਾ ਸਮਾਂ ਦਿੰਦੇ ਨੇ ਵੀ ਸੋਚੋ ਬੈਠ ਕੇ, ਕੋਈ ਖੇਡ ਨਹੀਂ ਹੈ, ਬੈਠ ਕੇ ਸੋਚੋ, ਇੱਕਦਮ ਕੁਛ ਨਹੀਂ ਕਰਦੇ, ਬੜਾ ਟਾਈਮ ਦਿੰਦੇ, ਬੜਾ ਟਾਈਮ ਲਟਕਾਉਂਦੇ ਨੇ। ਤੋ ਬੀਬੀ ਵੱਲੋਂ ਵੀ ਪ੍ਰਣ ਹੈ, ਪਤੀ ਵੱਲੋਂ ਵੀ ਹੈ। ਸੋ ਇਸੇ ਤਰ੍ਹਾਂ ਜੇ ਦੁਨਿਆਵੀ ਅਰਥ ਹੈ, ਇਹ ਸਾਡਾ ਲੋਕ ਸੁਹੇਲਾ ਹੁੰਦਾ ਬਾਣੀ ਦੇ ਨਾਲ, ਆਨੰਦ ਕਾਰਜਾਂ ਦੇ ਨਾਲ, ਤਾਂ ਪਰਲੋਕ ਸੁਹੇਲੇ ਵਾਸਤੇ ਪਤੀ ਪਰਮੇਸ਼ਰ ਹੈ, ਜੀਵ ਆਤਮਾ ਹੈ, ਉਹ ਵਾਹਿਗੁਰੂ ਦੇ ਚਰਨਾਂ 'ਚ ਇੰਝ ਇਹ ਬੇਨਤੀ ਕਰ ਰਹੀ ਹੈ। ਤਾਂ ਇਹ ਮਹਾਰਾਜ ਨੇ ਉਦਾਹਰਨ ਦੇ ਕੇ ਸਾਡੇ ਜੀਵਾਤਮਾ ਨੂੰ ਪ੍ਰਭੂ ਦੀ ਪ੍ਰਾਪਤੀ, ਉਹਨਾਂ 'ਤੇ ਭਰੋਸਾ ਬਚ ਸਕੇ, ਪ੍ਰੇਮ ਹੋਵੇ, ਤਾਂ ਇਹ ਸ਼ਬਦ ਉਚਾਰਨ ਕੀਤਾ ਹੈ। ਮਹਲਾ ਪੰਜਵਾ। ਪੰਕਤੀਆਂ ਭਾਵੇਂ 2-2 ਹੀ ਨੇ ਸ਼ਲੋਕਾਂ ਦੀਆਂ, ਪਰ ਪ੍ਰਕਰਨ ਬੜਾ ਲੰਬਾ ਤੇ ਗੋਹਜ ਅਰਥਾਂ ਵਾਲਾ। ਹੁਣ ਇੱਕਦਮ ਪ੍ਰਕਰਨ ਚੇਂਜ ਹੋ ਰਿਹਾ, ਇਹ ਗੱਲ ਖਤਮ ਹੋ ਰਹੀ ਹੈ ਆਨੰਦ ਕਾਰਜਾਂ ਦੀ। ਅੱਗੇ ਮਹਾਰਾਜ ਨਵਾਂ ਪ੍ਰਕਰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰ ਰਹੇ ਹਨ। ਫਿਰਦੀ ਫਿਰਦੀ ਨਾਨਕ ਜੀਓ। ਹੇ ਪਰਮੇਸ਼ਰ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਅਤਿਅੰਤ ਜੂਨੀਆਂ ਰੂਪ ਪਾਵੀ ਥੀ। ਫਿਰਦੀ ਫਿਰਦੀ ਦੇਸ਼ਾਂ ਦੇ ਸ਼ੰਤਰਾਂ ਦੇ ਰਸਤਿਆਂ ਦੇ ਵਿੱਚ ਮੇਰੇ ਚਿੱਤ ਦੀ ਬਿਰਤੀ ਫਾਵੀ ਸ਼ਿੱਥੀ ਵਿਆਕੁਲ ਝੱਲੀ ਹੋ ਰਹੀ ਹੈ। ਬਹੁਤ ਦਿਸਾਵਰ ਪੰਦਾ। ਬੜੇ ਦੇਸ਼ਾਂ ਦੇ ਸ਼ਾਤਰਾਂ ਦੇ ਰਸਤਿਆਂ ਦੇ ਵਿੱਚ ਪਖੰਡੀ ਗੁਰੂ, ਪੀਰ ਫਕੀਰ, ਦੇਵੀ ਦੇਵਤੇ ਸਾਰਿਆਂ 'ਚ ਮੈਂ ਭਰਮ ਦੀ ਤੇਰੇ ਦੁਆਰੇ ਤੇ ਆਈ ਹਾਂ। ਪੌੜੀ ਮੇਲ ਲਹਿੋ ਦਇਆਲ, ਟੈ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁਹਾਰਿਆ।
ਤੁਝ ਬਿਨ ਨਾਹੀ ਕੋਏ, ਬਿਨੁ ਮੋਇ ਸਾਰਿਆ। ਕਰ ਗਏ ਲਿਹੁ ਦਇਆਲ, ਸਾਗਰ ਸੰਸਾਰਿਆ। ਆਹੋ ਸੁਖ ਸੁਖਾਲੀ ਸੁਤੀ। ਇਹ ਸਤਿਗੁਰੂ ਜੀ, ਮੈਂ ਜਦੋਂ ਦੀ ਤੇਰੇ ਨਾਲ ਮਿਲੀ ਆ, ਉਦੋਂ ਦੀ ਮੈਂ ਸੁੱਖ ਦੇ ਨਾਲ ਸੌਣਾ ਕਰਦੀ ਹਾਂ। ਜਾ ਗੁਰ ਮਿਲ ਸੱਜਣ ਮੈਂ ਲੱਦਾ। ਇਹ ਸਤਿਗੁਰੂ ਜੀ, ਜਦੋਂ ਤੇਰੇ ਨਾਲ ਮਿਲਾਪ ਕਰਕੇ ਮੈਂ ਮਿੱਤਰ ਪਰਮੇਸ਼ਰ ਨੂੰ ਲੱਭਣਾ ਕੀਤਾ, ਤਦੋਂ ਮੈਂ ਬ੍ਰਹਮਾਨੰਦ ਰੂਪੀ ਸੁੱਖ ਦੇ ਨਾਲ ਸੁੱਖਾਂ ਵਾਲੀ ਹੋ ਕੇ ਨਿਰਵਿਕਲਪ ਸਮਾਧੀ ਵਿੱਚ ਸੁੱਤੀ, ਭਾਵ ਬਿਰਾਜੀ ਅਸਥਿਤ ਹੋਈ ਹਾਂ। ਪੌੜੀ ਫਰੀਦ ਸਾਹਿਬ ਜੀ ਕਹਿੰਦੇ ਨੇ, ਅੱਜ ਨਾ ਸੁਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪਛੋੜੋ ਹਾਗਣੀ, ਤੁਮ ਕਿਉ ਰਹਿਣ ਵੇ ਹੈ। ਅਸੀਂ ਤਾਂ ਉਮਰ ਦੀ ਇੱਕ ਰਾਤ ਵੀ ਫਜ਼ੂਲ ਨਹੀਂ ਜਾਣ ਦਿੱਤੀ। ਜੇ ਸਾਡੀ ਬਿਰਤੀ ਉੱਟਕ ਗਈ ਹੈ ਤੇ ਮਹਾਰਾਜ ਦੇ ਸਮਾਧੀ ਰੂਪ ਨੀਂਦ ਦੇ ਵਿੱਚ ਨਹੀਂ ਲੱਗੀ ਸੁੱਤੀ, ਤਾਂ ਅਸੀਂ ਆਪ ਦਾ ਸਮਾਂ ਬਰਬਾਦ ਜਾਣਦੇ ਹਾਂ। ਤੇ ਉਹ ਜਿਹੜੇ ਬੇਮੁਖ ਬੰਦੇ ਨੇ, ਉਹਨਾਂ ਦੀ ਤੇ ਇਹ ਵੱਡੇ ਵੱਡੇ ਦਿਨ, ਇਹ ਘੜੀਆਂ ਕਿਵੇਂ ਗੁਜ਼ਰਦੀਆਂ ਹਨ। ਫਰੀਦਾ ਰਾਤੀ ਵੱਡੀਆਂ ਧੁੱਖ ਤੋਂ ਉੱਠਣ ਪਾਸ, ਤੇ ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਡਾਰੀਆਂ। ਇਹਨਾਂ ਨੇ ਵੱਡੀ ਉਮਰ ਪਤਾ ਨਹੀਂ ਲੋਕ ਕਿਵੇਂ ਭੋਗ ਦਿੰਦੇ। ਸਾਥੋਂ ਦਾ ਇੱਕ ਮਿੰਟ ਮਹਾਰਾਜ ਤੋਂ ਬਗੈਰ ਰਹਿਣਾ ਔਖਾ ਹੋਇਆ ਪਿਆ ਹੈ। ਖੱਬੇ ਫਿਰਦੀ ਫਿਰਦੀ ਨਾਨਕ ਜੀਓ। ਸਾਨੂੰ ਤਾਂ ਜੰਮਦਿਆਂ ਹੀ ਮਾਂ ਨੇ ਗੁਰਦੁਆਰੇ ਲੰਮੇ ਪਾਤਾ। ਗੁੜ ਦੀ ਵੀ ਇੱਥੋਂ ਹੀ ਦਵਾਈ, ਕਿਤੇ ਗਈ ਹੋਈ ਨਹੀਂ ਲੈ ਕੇ, ਪਲੇ ਵੀ ਇੱਥੇ। ਤੇ ਭੱਟਾ ਨੂੰ ਤੁਸੀਂ ਪੁੱਛ ਕੇ ਵੇਖੋ, ਰਹਿਓ ਸੰਤ ਹੋਂ ਡੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪਸੀਐ ਮੁਖੋਂ ਏ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨੋ ਪਰਚੋਂ ਲਾਇਓ। ਕਹਿਤੇ ਕਹਿਤੀ ਸੁਣੀ, ਰਹਿਤ ਗੋ ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜੈ ਲਗੇ, ਤਿਨ ਕੇ ਗੁਣ ਹੋ ਕਿਆ ਕਹੂੰ। ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਆਪਾਂ ਤਾਂ ਸਿੱਧੇ ਹੀ ਘਰੋਂ ਮਹਿਤੇ ਤੇ ਮਹਿਤਿਓਂ ਘਰ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਹਰਿਮੰਦਰ ਸਾਹਿਬ ਤੇ ਬਾਬੇ ਸ਼ਹੀਦਾਂ। ਤੇ ਜੇ ਕੋਈ ਸਾਨੂੰ ਪੁੱਛ ਵੀ ਲਏ ਵੀ ਫਲਾਣਾ ਕਿਵੇਂ ਹੈ, ਆਪਾਂ ਕਹਿੰਦੇ ਆਪਾਂ ਤਾਂ ਗਏ ਹੋਈ ਨਹੀਂ। ਜਿੱਥੇ ਬੰਦਾ ਗਿਆ ਹੀ ਨਹੀਂ, ਹੁਣ ਸਾਨੂੰ ਕੀ ਪਤਾ। ਤੇ ਕੋਈ ਬਿਆਸ ਬਾਰੇ ਪੁੱਛੇ, ਲਾਗੋਂ ਦੀ ਲੰਘ ਜਾਈਦਾ, ਅੰਦਰ ਕਦੀ ਵੜੇ ਹੀ ਨਹੀਂ। ਦੱਸਾਂਗੇ ਕੀ ਤੁਹਾਨੂੰ, ਦੱਸੋ ਫਲਾਣਾ ਕਿਵੇਂ, ਆਪਾਂ ਤਾਂ ਗਏ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ, ਜਾਣਕਾਰੀ ਹੋਈ ਨਹੀਂ। ਜਿਸ ਰਸਤੇ ਆਪਾਂ ਤੁਰੇ ਹੀ ਨਹੀਂ, ਉਹਦੇ ਬਾਰੇ ਦੱਸਾਂਗੇ ਕੀ। ਤੋ ਸਾਨੂੰ ਤਾਂ ਗੁਰਦੁਆਰੇ ਬਾਰੇ ਭਾਵੇਂ 100 ਗੱਲਾਂ ਪੁੱਛ ਲਓ, ਇਹਦੇ ਬਾਰੇ ਆਪਾਂ ਸਭ ਕੁਝ ਜਾਣਦੇ ਹਾਂ। ਤੇ ਇਸ ਲਈ ਪਰ ਦੁਨੀਆ ਜਿਹੜੀ ਬੜੀ ਭਟਕਦੀ ਹੈ। ਸੋ ਭੱਟ ਕਹਿੰਦੇ ਹੈ ਮਹਾਰਾਜ, 1 ਸਾਲ ਅਸੀਂ ਭਟਕਣਾ 'ਚ ਪਏ ਰਹੇ, ਕਦੀ ਕਿਸੇ ਸਾਧ ਦੇ ਡੇਰੇ, ਕਦੀ ਕਿਸੇ ਸਾਧ ਦੇ ਡੇਰੇ। ਜਿੱਤ ਕੋ ਜਾਣਾ ਤੇ ਉਹਨਾਂ ਕਹਿਣਾ ਖੁਰਪਾ ਫੜੋ, ਖੁਰਪਾ ਖਰੀਆਂ ਤੇ ਮੰਤਰਨ ਦ੍ਰਿੜਿੰਗ ਹਰੀਹਰ ਦੂਬ ਨਿਕੰਦਨ। ਆ ਘੋੜਿਆਂ ਨੂੰ ਪੱਠੇ ਪਾਓ, ਮੱਝਾਂ ਨੂੰ ਪੱਠੇ ਪਾਓ, ਆ ਕਸ਼ਹਿਰੇ ਤੋਂ ਗੜਵਾ ਫੜੋ, ਮਗਰ ਮਗਰ ਤੁਰੇ ਫਿਰੋ। ਕੋਈ ਪੜਾਉਂਦਾ ਥੋੜੋ ਆ, ਕੋਈ ਨਾਮ ਥੋੜੋ ਜਪਾਉਂਦਾ, ਆਪਦਾ ਕੰਮ ਲੋਕ ਕਰਾਉਂਦੇ ਨੇ। ਸਾਰੀ ਸਾਰੀ ਉਮਰ ਲੰਘਾ ਦਿੰਦੇ, ਕੋਈ ਗੁਣ ਦਿੰਦਾ ਨਹੀਂ ਆ। ਤੇ ਮਹਾਰਾਜ ਪਤਾ ਨਹੀਂ ਰੱਬ ਦੀ ਕਿਵੇਂ ਕਿਰਪਾ ਹੋ ਗਈ, ਸਾਨੂੰ ਕਿਸੇ ਦੱਸ ਪਾਤੀ, ਅਸੀਂ ਆਪਦੇ ਇੱਥੇ ਚਰਨਾਂ 'ਚ ਆ ਗਏ। ਹੁਣ ਆਪਾਂ ਕਿਤੇ ਨਹੀਂ ਜਾਣਾ। ਜਿਹੜੀ ਸ਼ਾਂਤੀ ਕਥਾ ਕੀਰਤਨ ਦੇ ਵਿੱਚ ਹੈ, ਉਹ ਤੁਸੀਂ ਕਿਤੋਂ ਨਹੀਂ ਲੱਭ ਸਕਦੇ। ਮੰਜੀ ਸਾਹਿਬ ਦੀਵਾਨ ਹਾਲ ਅੱਜ ਵੀ ਉਸੇ ਤਰ੍ਹਾਂ ਹੀ ਹੈ। ਇਹ ਮਹਾਰਾਜ ਹੁਣ ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਰੱਖੋ ਜੀ। ਆਪਾਂ ਹੁਣ ਇੱਥੋਂ ਨਹੀਂ ਜਾਣਾ, ਕਿਉਂਕਿ ਅਸੀਂ ਸਭ ਦੁਨੀਆ ਵੇਖ ਕੇ ਆਏ। ਜਿਹੜਾ ਬੰਦਾ ਵੇਖ ਕੇ ਆਵੇ ਉਹ ਭਟਕਦਾ ਨਹੀਂ ਹੈ। ਜਿਹਨੇ ਕੁਝ ਵੇਖਿਆ ਨਾ ਹੋਵੇ ਉਹ ਫਿਰ ਬਾਹਰ ਅੰਦਰ ਜਾਂਦਾ ਹੈ, ਸੋਚਦਾ ਪਤਾ ਨਹੀਂ ਉੱਥੇ ਸੁੱਖ ਹੋਊਗਾ, ਉੱਥੇ ਹੋਊਗਾ। ਤੇ ਇਸ ਲਈ ਮਹਾਰਾਜ ਮੈਂ ਤਾਂ ਅਤਿਅੰਤ ਜੂਨਾ ਰੂਪ ਦੇਸ਼ਾਂਤਰਾਂ ਦੇ ਰਸਤਿਆਂ 'ਚ ਫਿਰਦੀ ਫਿਰਦੀ ਭਟਕਦੀ ਹੋਈ ਤੇਰੇ ਦੁਆਰੇ ਤੇ ਆਈ ਹਾਂ ਜੀ। ਆਹੋ ਸੁਖ ਸੁਖਾਲੀ ਸੁਤੀ। ਹਉ ਫਾਵੀ ਥੀ ਬੋਧ ਸਾਵਰ ਫੰਦਾ ਪੰਧਾ। ਮੈਂ ਛਿੱਥੀ ਵਿਆਕੁਲ ਚੱਲੀ ਹੋ ਰਹੀ ਹਾਂ ਜੀ। ਮਹਾਰਾਜ ਬੜੇ ਰਸਤਿਆਂ ਦੇ ਮੈਂ ਭਟਕੀ ਹਾਂ। ਇਹ ਸਤਿਗੁਰੂ ਜੀ, ਤਾਂ ਹੁਣ ਮੈਂ ਸੁੱਖ ਦੇ ਨਾਲ ਸਮਾਧੀ ਰੂਪ ਨੀਂਦ ਵਿੱਚ ਨਿਸ਼ਚਿੰਤ ਹੋ ਕੇ ਚੌਂਕੜਾ ਮਾਰ ਕੇ ਜਿਹੜੀ ਬਿਰਤੀ ਲੱਗਣੀ ਹੈ, ਸੌਣਾ ਹੈ, ਇਸ ਤਰ੍ਹਾਂ ਮੈਂ ਸੁੱਤੀ ਹਾਂ। ਜਾ ਗੁਰ ਮਿਲ ਸੱਜਣ ਮੈਂ ਲੱਦਾ। ਜਦੋਂ ਤੇਰੇ ਨਾਲ ਮਿਲਾਪ ਕਰਕੇ ਮੈਂ ਸੱਜਣ ਮਿੱਤਰ ਰੂਪ ਪਰਮੇਸ਼ਰ ਨੂੰ ਲੱਭਣਾ ਕੀਤਾ ਹੈ,
ਤਦੋਂ ਮੇਰੀ ਭਟਕਣਾ ਮੁੱਕ ਗਈ ਹੈ। ਪੌੜੀ ਅੱਬੇ ਦੁੱਖ ਸੰਤਾਪ। ਪੌੜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰ ਰਹੇ ਹਨ। ਸੋ ਸਾਵਣ ਆਇਆ ਹੈ ਸਖੀ ਜਲ ਹਰ ਬਰਸਨਹਾਰ। ਸੋ ਸਾਵਣ ਆਇਆ ਚਿਮਚਿਮਾ। ਇਸੇ ਤਰ੍ਹਾਂ ਸਾਵਣ ਸਰਸੀ ਕੰਮ ਨਹੀਂ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵੇਖਿਆ ਰੰਗ ਉਡਾਵਿਆ ਦਿਸਣ ਛੱਬੇ ਸਾਰ। ਸੋ ਇੰਜ ਜਦ ਪਤੀ ਦੇ ਦਰਸ਼ਨ ਹੋਣ ਤਾਂ ਸਾਰੇ ਮੌਸਮ ਸਾਰੇ ਵਾਤਾਵਰਨ ਉਮਰ ਸੁਹਾਵਣੀ ਹੁੰਦੀ ਹੈ। ਜਦ ਵਿਛੋੜਾ ਹੋਵੇ ਤਾਂ ਵਿਛੋੜੇ ਵਿੱਚ ਦੁੱਖ ਹੈ। ਜਦ ਤੂੰ ਮਿਲ ਗਿਆ ਤਦ ਮੈਂ ਬ੍ਰਹਮਾਨੰਦ ਦੇ ਵਿੱਚ ਮਸਤ ਹੋ ਗਈ। ਹੇ ਮਹਾਰਾਜ ਪੌੜੀ ਉਚਾਰਦੇ ਨੇ ਜਦੋਂ ਤੈਨੂੰ ਭੁੱਲ ਜਾਈਦਾ ਹੈ ਤੇਰਾ ਸਿਮਰਨ ਵਿਸਾਰ ਬੈਠੀਦਾ ਤਦੋਂ ਸਾਰੇ ਜਮਨ ਮਨ ਆਦਿਕ ਦੇ ਦੁੱਖ ਤੇ ਸੰਤਾਪ ਸੰਗ ਭਲੀ ਪ੍ਰਕਾਰ ਆਦਿ ਵਿਆਧੀ ਉਪਾਧੀ ਰੂਪ ਤਿੰਨੇ ਤਾਪ ਆ ਕੇ ਘੇਰ ਲੈਂਦੇ ਹਨ। ਜਰਾ ਮਰਾ ਤਾਪ ਸਿਰ ਤਸਾਬ ਸਭ ਹਰ ਕੈ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਾਂ ਤੁਧੋ ਭੁੱਲੀਐ। ਜੇ ਤੈਨੂੰ ਭੁੱਲ ਜਾਂਦੇ ਆ ਤਾਂ ਸਾਰੇ ਦੁੱਖ ਤੇ ਸੰਤਾਪ ਆ ਕੇ ਘੇਰ ਲੈਂਦੇ ਨੇ। ਹੇ ਮਹਾਰਾਜ ਅਸੀਂ ਦੁਖੀ ਕਿਉਂ ਹਾਂ ਇਹਦਾ ਜਵਾਬ ਦਿਓ। ਤਾਂ ਮਹਾਰਾਜ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ। ਉਹਦਾ ਪੁਆਇੰਟ ਆਨਸਰ ਹੁੰਦੇ ਨਾ। ਤਾਂ ਮਹਾਰਾਜ ਕਹਿੰਦੇ ਜਿਸ ਦੇ ਮਨ ਵਿੱਚੋਂ ਬਾਣੀ ਭੁੱਲ ਜਾਂਦੀ ਹੈ ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਜਿਵੇਂ ਕੋਹੜ ਦਾ ਰੋਗੀ ਵਿਲਾਪ ਕਰਦਾ ਇਸ ਤਰ੍ਹਾਂ ਬੰਦੇ ਰੋਂਦੇ ਨੇ ਰੋਗ ਦੇ ਕਾਰਨ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਰੇ ਰੋਗ ਆ ਕੇ ਲੱਗਦੇ ਨੇ ਜੇ ਰੱਬ ਨੂੰ ਭੁੱਲ ਜਾਈਏ। ਜੇ ਕੀਚਨ ਲੱਖ ਉਪਾਵ। ਇਹ ਪਰਮੇਸ਼ਰ ਤੇਰਾ ਸਿਮਰਨ ਛੱਡ ਕੇ ਜੇਕਰ ਲੱਖਾਂ ਹੀ ਸਾਧਨ ਕਰਕੇ ਯਤਨ ਕੀਤੇ ਜਾਣ ਤਾਂ ਕਹੀ ਨਾ ਭੁੱਲੀਐ। ਤਾਂ ਵੀ ਕਿਸੇ ਪ੍ਰਕਾਰ ਜਮਨ ਮਨ ਦੇ ਦੁੱਖ ਤੇ ਤਾਪਾਂ ਤੋਂ ਛੁਟਕਾਰਾ ਨਹੀਂ ਹੁੰਦਾ। ਬਿਮਾਰੀ ਤੋਂ ਛੁਟਕਾਰਾ ਤਾਂ ਭਜਨ ਦੇ ਨਾਲ ਹੋਣਾ। ਕਿਸੇ ਪ੍ਰਕਾਰ ਤੇਰੇ ਸਰੂਪ ਨਾਲ ਮਿਲਿਆ ਨਹੀਂ ਜਾਂਦਾ। ਸੋਧਤ ਸੋਧਤ ਸੋਧ ਵਿਚਾਰੈ ਬਿਨ ਹਰ ਭਜਨ ਨਹੀਂ ਛੁਟਕਾਰਾ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ। ਦਾੜ ਹਿੱਲੂਗੀ ਤਾਂ ਸਹੀ। ਡਾਕਟਰ ਵੇਖ ਕੇ ਹੈਰਾਨ ਹੋਊਗਾ ਵੀ ਤੈਨੂੰ ਦਰਦ ਕਿਉਂ ਨਹੀਂ ਹੋ ਰਹੀ। ਪਰ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਦਰਦ ਮੁੱਕ ਜਾਊਗੀ। ਬਿਮਾਰੀ ਤਾਪ ਤੋਂ ਚੜੂਗਾ ਤਾਂ ਸਹੀ ਪਰ ਮਨ ਦੀ ਚਿੰਤਾ ਨਹੀਂ ਆਊਗੀ। ਖੰਘ ਜ਼ੁਕਾਮ ਦਾ ਮੌਸਮ ਅਨੁਸਾਰ ਲੱਗਦਾ ਵੀ ਸਾਰਿਆਂ ਨੂੰ ਹੀ ਲੱਗਦਾ ਹੈ। ਮਾੜਾ ਮੋਟਾ ਜਿਹਦੇ ਨਾਲ ਸਰੀਰ ਹੈ ਸੁੱਖ ਦੁੱਖ ਦੋਏਦਾਰ ਕੱਪੜਿਆਂ ਦੀ ਤਰ੍ਹਾਂ ਇਹ ਲੱਗੇ ਰਹਿੰਦੇ ਨੇ ਤੇ ਪਰ ਮਨ ਜਿਹੜਾ ਹੈ ਉਹਨੂੰ ਦੁੱਖ ਨਹੀਂ ਲੱਗਦਾ। ਮਨ ਸ਼ਾਂਤ ਹੋ ਜਾਂਦਾ। ਬਾਣੀ ਬੜੀ ਦਾ ਇਹ ਲਾਭ ਹੈ। ਬੰਦਾ ਸ਼ਾਂਤੀ ਅਵਸਥਾ ਵਿੱਚ ਆ ਜਾਂਦਾ। ਇਸ ਵਾਸਤੇ ਹੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਜੇ ਤੇਰੇ ਸਿਮਰਨ ਤੋਂ ਬਗੈਰ ਲੱਖਾਂ ਯਤਨ ਵੀ ਕਰ ਲਈਏ ਤਾਂ ਪੂਰੇ ਨਹੀਂ ਹੁੰਦੇ ਹਨ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਮਹਾਰਾਜ ਦੇ ਦਰਸ਼ਨ ਕਰਕੇ ਹੀ ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਕਹੀਂ ਨਾ ਭੁੱਲੀਐ ਜਿਸਨੋ ਵਿਸਰੈ ਨਾਉ। ਸੋ ਕਿਸੇ ਪ੍ਰਕਾਰ ਵੀ ਤਾਪਾਂ ਤੋਂ ਦੁੱਖਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ ਜਿਹਨੂੰ ਤੇਰਾ ਅੰਮ੍ਰਿਤ ਵਰਗਾ ਨਾਮ ਭੁੱਲ ਜਾਂਦਾ ਹੈ। ਸੋ ਨਿਰਧਨ ਕਾਂਡੀਐ। ਉਹ ਨਾਮ ਰੂਪੀ ਧਨ ਤੋਂ ਬਗੈਰ ਹੋਣ ਕਰਕੇ ਧਨ ਤੋਂ ਹੀਣਾ ਹੀ ਕਹੀਦਾ ਹੈ। ਜਿਨ ਕੈ ਪੱਲੇ ਧਨ ਵਸੈ ਨੰਨਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਤੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਦੁਨਿਆਵੀ ਧਨ ਵਾਲੇ ਤਾਂ ਗਰੀਬ ਹਨ। ਮਾਨਸਿਕ ਸਥਿਤੀ ਉਹਨਾਂ ਦੀ ਨਿਗਰਦੀ ਹੈ। ਜਿਹੜੇ ਨਾਮ ਧਨ ਵਾਲੇ ਉਹ ਅਮੀਰ ਨੇ। ਆਤਮਿਕ ਧਨ ਦੇ ਨਾਲ ਬਲ ਵਾਲੇ ਬਣੇ ਹਨ। ਸੋ ਨਿਰਧਨ ਕਾਂਡੀਐ। ਨਾਮ ਧਨ ਤੋਂ ਬਗੈਰ ਹੋਣ ਕਰਕੇ ਧਨ ਤੋਂ ਹੀਣਾ ਕਹੀਦਾ ਗਰੀਬ ਕਿਹਾ ਜਾਂਦਾ ਹੈ। ਜਿਸਨੋ ਵਿਸਰੈ ਨਾਉ। ਇੱਕ ਵਾਰ ਆਪ ਵੀ ਉੱਚੀ ਬੋਲ ਕੇ ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿਸ ਨੂੰ ਤੇਰਾ ਨਾਮ ਭੁੱਲ ਜਾਂਦਾ ਹੈ। ਸੋ ਜੋਨੀ ਹਾਂਡੀਐ ਉਹ ਜੂਨੀਆਂ ਵਿੱਚ ਹੀ ਫਿਰਦਾ ਰਹਿੰਦਾ ਹੈ। ਜਿਸ ਖਸਮ ਨਾ ਆਵੈ ਚਿਤ ਇਹ ਖਸਮ ਮਾਲਕ ਪਰਮੇਸ਼ਰ ਜਿਸ ਨੂੰ ਤੂੰ ਚੇਤੇ ਨਹੀਂ ਆਉਂਦਾ, ਤਿਸ ਜਮ ਡੰਡ ਦੇ ਤਿਸ ਨੂੰ ਯਮਰਾਜ ਡੰਡਾ ਚਾੜਦਾ, ਸਜ਼ਾ ਦਿੰਦਾ, ਦੰਡ ਦਿੰਦਾ ਹੈ। ਜਿਸ ਖਸਮ ਨਾ ਆਵੀ ਚਿਤ ਇਹ ਮਾਲਕ ਪਰਮੇਸ਼ਰ ਜਿਸ ਦੇ ਤੂੰ ਚੇਤੇ ਨਹੀਂ ਆਉਂਦਾ, ਰੋਗੀ ਸੇ ਗਣੇ ਉਹ ਪ੍ਰਤੱਖ ਰੋਗਾਂ ਕਰਕੇ ਰੋਗੀ ਬਣੇ ਹੋਏ ਨੇ। ਚੰਗਾ ਭਲਾ ਬੰਦਾ ਉਹ ਰੋਗਾਂ ਵਿੱਚ ਘੇਰਿਆ ਜਾਂਦਾ, ਉਹ ਹਉਮੈ ਦੇ ਰੋਗ ਕਰਕੇ ਜਾਂ ਆਦਿ ਵਿਆਧੀ ਉਪਾਧੀ ਰੋਗ ਕਰਕੇ ਜਾਂ ਪੰਜਾਂ ਵਿਕਾਰਾਂ ਦੇ ਰੋਗ ਕਰਕੇ ਰੋਗੀ ਗਿਣੇ ਜਾਂਦੇ, ਵਿਚਾਰੇ ਜਾਂਦੇ ਹਨ। ਜਿਸ ਖਸਮ ਨਾ ਆਵੀ ਚਿਤ ਇਹ ਮਾਲਕ ਪਰਮੇਸ਼ਰ ਜਿਸ ਨੂੰ ਤੂੰ ਚਿੱਤ ਯਾਦ ਨਹੀਂ ਆਉਂਦਾ, ਸੋ ਖਰੋ ਅਹੰਕਾਰੀਆ ਉਹ ਬਹੁਤ ਵੱਡਾ ਹੰਕਾਰੀ ਪੁਰਖ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਨਾਮ ਚੇਤੇ ਨਾ ਕਰਨਾ ਹੀ ਇੱਕ ਹੰਕਾਰ ਹੈ ਕਿ ਆਪਾਂ ਚੰਗੇ ਹਾਂ। ਸੋਈ ਦੋਹਿਲਾ ਜਗ ਇਸ ਜਗਤ ਦੇ ਵਿੱਚ ਸਭ ਤੋਂ ਜ਼ਿਆਦਾ ਬੰਦਾ ਦੁਖੀ ਉਹ ਹੈ ਜਿਨ ਨਾਉ ਵੇ ਸਾਰੀਆ। ਉਚਾਰਨ ਕਰੋ ਜੀ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਵਾਹਿਗੁਰੂ। ਜਿਸ ਨੇ ਹੀ ਵਾਹਿਗੁਰੂ ਤੇਰਾ ਨਾਮ ਭੁਲਾ ਦਿੱਤਾ ਹੈ। ਸੋ ਕਿਉਂ ਬਿਸਰੈ ਜੀ ਕਾਲ ਨ ਪਾਨੈ, ਸੋ ਕਿਉਂ ਬਿਸਰੈ ਜੀ ਕੀਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕੁਝ ਦੀਆ, ਸੋ ਕਿਉਂ ਬਿਸਰੈ ਜੀ ਜੀਵਨ ਜੀਆ, ਸੋ ਕਿਉਂ ਬਿਸਰੈ ਜੀ ਅਗਨ ਮੈਂ ਰਾਖੈ, ਸੋ ਕਿਉਂ ਬਿਸਰੈ। ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਰਲਾ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ। ਉਹ ਵਾਹਿਗੁਰੂ ਜੀ ਦਾ ਇੰਨਾ ਪਰਉਪਕਾਰ ਹੈ ਜਿਹਨੇ ਸਾਨੂੰ ਬਲ ਦੀ ਅੱਗ ਚੋਂ, ਮਾਤਾ ਦੇ ਉਦਰ ਚੋਂ ਜਨਮ ਦਿੱਤਾ, ਹੁਣ ਬਲ ਦੀ ਅੱਗ ਵਿੱਚੋਂ ਰੱਖ ਰਿਹਾ ਹੈ। ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਤੇ ਉਹ ਵਾਹਿਗੁਰੂ ਦਾ ਨਾਮ, ਉਹਦਾ ਸੁਖਮਨੀ ਸਾਹਿਬ ਸਾਨੂੰ ਕਿਵੇਂ ਭੁੱਲੇ, ਨਹੀਂ ਭੁੱਲਣਾ ਚਾਹੀਦਾ। ਸਵੇਰ ਸ਼ਾਮ ਉਹਦੇ ਚਰਨਾਂ ਦੀ ਇਬਾਦਤ ਕਰੋ, ਅਰਦਾਸ ਬੇਨਤੀ ਕਰੋ। ਮੈਂ ਆਪ ਤੋਂ ਮੁਸਲਮਾਨਾਂ ਨੂੰ ਚੰਗੇ ਗਿਣਦਾ ਜਿਹੜੇ ਨਿਯਮ ਦੇ ਨਾਲ ਜਦੋਂ ਵੀ ਨਮਾਜ਼ ਦਾ ਸਮਾਂ ਹੁੰਦਾ ਉਸੇ ਵਕਤ ਭਾਵੇਂ ਜਿੱਥੇ ਮਰਜ਼ੀ ਹੋਣ ਮਸੀਤ ਵੱਲ ਮੂੰਹ ਕਰਕੇ, ਆਪਦੇ ਮੱਕੇ ਵੱਲ ਮੂੰਹ ਕਰਕੇ, ਗੋਡੀਆਂ ਟੇਕ ਕੇ ਉਸੇ ਵਕਤ ਦੀ ਅੱਖਾਂ ਬੰਦ ਕਰ ਲੈਂਦੇ, ਸਮੇਂ ਸਿਰ ਨਮਾਜ਼ ਪੜ੍ਹਦੇ ਨੇ। ਸਾਡੇ 'ਤੇ ਵੀ ਮਹਾਰਾਜ ਕਿਰਪਾ ਕਰਨ, ਅਸੀਂ ਨਿਤਨੇਮੀ ਹੋਈਏ। ਭੁੱਲਾਂ ਚੁੱਕਾ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਨੇ। ਜਿਸ ਖਸਮ ਨਾ ਆਵੈ ਚਿਤ ਆਵੀ ਚਿਤ ਤਿਸ ਜਮ ਡੰਡ ਦੇ। ਜਿਸ ਖਸਮ ਨਾ ਆਵੀ ਚਿਤ ਰੋਗੀ ਸੇ ਗਣੇ। ਜਿਸ ਖਸਮ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ। ਸੋਈ ਦੁਹਿਲਾ ਜਗ ਜਿਨ ਨਾਮ ਵਿਸਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੁਆ।